ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵੀ ਸ਼੍ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਨਹਿ ਪ੍ਰੀਤ ਪਰਮ ਪੁਰਖੋਤਮੰ ਤਵ ਪ੍ਰਸਾਦ ਸਿਮਰਤੇ ਨਮੰ ਨਾਨਕ ਕਿਰਪਾਲ ਹਰ ਹਰ ਗੁਰੰ। ਮੁਕੁਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੁ ਸੁਨੈ ਜੋ ਕਾਲ ਕਿਰਪਾ ਕਰਾਏ। ਅੰਧ ਲਖੈ ਬਦਰੁ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਰਾਜਾ ਨਰਾਜ ਭਾਂਡਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਕੋਟ ਬ੍ਰਹਮੰਡਾ ਦੇ ਮਾਲਕ ਜਾਗਦੀ ਜੋਤ ਜਾਹਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਜਗਤ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਬਿਖੈ ਭਵ ਲਇਓ। ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ। ਜਹਾਂ ਤਹਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖੀਅਨ ਪਕੜ ਪਛਾਰੋ। ਯਾਹੀ ਕਾਜ ਧਰਾ ਹਮ ਜਨਮੰ ਸਮਝ ਲਿਹੋ ਸਾਧੂ ਸਭ ਮਨਮੰ। ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾੜਨ। ਧੰਨ ਧੰਨ ਕਲਗੀਧਰ ਪਿਤਾ ਬਾਲਾ ਪ੍ਰੀਤਮ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਦੀਵਾਨ ਸਜ ਰਹੇ ਨੇ। ਦਾ ਨਿਤਨੇਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸ੍ਰੀ ਆਸਾ ਕੀ ਵਾਰ ਜੀ ਦੇ ਪਾਵਨ ਕੀਰਤਨ ਆਪ ਜੀਆਂ ਨੇ ਬੜੇ ਹੀ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤੇ ਨੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਅੰਮ੍ਰਿਤ ਵੇਲੇ ਮੁਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਆਓ ਉਸ ਦੀ ਸੂਖਮ ਵਿਚਾਰ ਨਾਲ ਜੁੜਨਾ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਲਵਾਈਏ। ਗੱਜ ਵੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਅੰਮ੍ਰਿਤ ਵੇਲੇ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ, ਆਓ ਉਸ ਦੀ ਸੂਖਮ ਵਿਚਾਰ ਨਾਲ ਜੁੜਨਾ ਕਰੀਏ। ਵਿਚਾਰ ਸਤਿਗੁਰੂ ਸਾਹਿਬ ਜੀ ਦੀ ਪਾਵਨ ਹਿਰਦੇ ਵਿੱਚ ਵਸਾਈਏ। ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਜਾਣ ਕਰਕੇ ਸਤਿਗੁਰੂ ਸਾਹਿਬ ਜੀ ਦੇ ਆਪਣੇ ਗੋਦ ਦੇ ਵਿੱਚ 15 ਭਗਤਾਂ ਨੂੰ ਬਿਠਾਇਆ ਹੈ। 15 ਭਗਤਾਂ ਵਿੱਚੋਂ ਭਗਤ ਭੀਖਨ ਜੀ ਪਾਵਨ ਉਪਦੇਸ਼ ਬਖਸ਼ ਰਹੇ ਨੇ।
ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਸਤਿਗੁਰੂ ਜੀ ਇਸ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ ਰਹੇ ਨੇ ਕਿ ਇਸ ਤਰ੍ਹਾਂ ਦਾ ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਵਸਿਆ ਹੈ, ਜਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਕੀਰਤਨ ਭਗਤੀ ਹੈ, ਪਰਮਾਤਮਾ ਨੇ ਕੀਰਤਨ ਭਗਤੀ ਦੀ ਦਾਤ ਦਿੱਤੀ ਹੈ। ਜਿਸ ਭਗਤੀ ਨੂੰ ਕਰਨ ਕਰਕੇ ਹਿਰਦਾ ਜਿਹੜਾ ਹੈ ਗਦਗਦ ਹੋ ਜਾਂਦਾ ਹੈ। ਐਸਾ ਨਾਮ ਰਤਨ, ਪਰਮਾਤਮਾ ਦਾ ਨਾਮ ਰਤਨਾਂ ਨਾਲੋਂ ਸ੍ਰੇਸ਼ਟ ਰਤਨ ਹੈ। ਜਿਹੜੇ ਸਾਧ ਸੰਗਤ ਜੀ ਸੰਸਾਰੀ ਰਤਨ ਨੇ ਨਾ, ਇਹ ਤਾਂ ਨਾਸ਼ਵੰਤ ਨੇ, ਪਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਰਤਨ ਹੈ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਰੂਪੀ ਰਤਨ ਨੂੰ ਜ਼ਬਾਨ ਦੇ ਨਾਲ ਚਖਿਆ ਹੈ, ਜ਼ਬਾਨ ਦੇ ਨਾਲ ਜਪਿਆ, ਕੰਠ ਦੇ ਵਿੱਚ ਜਪਿਆ, ਹਿਰਦੇ ਵਿੱਚ ਵਸਾਇਆ, ਰੋਮ ਰੋਮ ਕਰਕੇ ਜਪਿਆ ਹੈ, ਉਹ ਨਿਰਮੋਲਕ ਹੋ ਗਏ ਨੇ। ਨਾਮ ਵੀ ਨਿਰਮੋਲਕ ਹੈ, ਉਹਦਾ ਕੋਈ ਮੁੱਲ ਨਹੀਂ, ਅਤੇ ਜਿਹੜੇ ਨਾਮ ਜਪਦੇ ਨੇ ਉਹ ਵੀ ਨਿਰਮੋਲਕ ਹੋ ਜਾਂਦੇ ਨੇ। ਤਿੰਨਾਂ ਲੋਕਾਂ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਪੁੰਨ ਪਦਾਰਥ ਪਾਇਆ, ਪ੍ਰੇਮ ਪਦਾਰਥ, ਗਿਆਨ ਪਦਾਰਥ, ਨਾਮ ਪਦਾਰਥ। ਗੁਰੂ ਮਹਾਰਾਜ ਇੱਥੇ ਕਹਿੰਦੇ ਨੇ ਪੁੰਨ ਪਦਾਰਥ। ਨਾਮ ਜਪਣ ਦੇ ਨਾਲ ਪੁੰਨ ਵੱਧਦੇ ਨੇ। ਨਾਮ ਜਪਣ ਦੇ ਨਾਲ ਪੁੰਨ ਜਿਹੜੇ ਨੇ ਉਹ ਵੱਧਦੇ ਨੇ। ਕਿਵੇਂ ਵੱਧਦੇ ਨੇ? ਗੁਰੂ ਮਹਾਰਾਜ ਕਥਨ ਕਰਦੇ ਨੇ ਨਾ ਬਾਣੀ ਵਿੱਚ, ਕਰ ਡੰਡਾਉਤ ਪੁੰਨ ਵੱਡਾ ਹੈ। ਮਹਾਂਪੁਰਖਾਂ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸਤਿਗੁਰਾਂ ਨੂੰ ਮੱਥਾ ਟੇਕਣ ਦੇ ਨਾਲ ਪੁੰਨ ਵੱਧਦੇ ਨੇ। ਜਿਹੜੇ ਸਾਡੇ ਮੱਥੇ 'ਤੇ ਲਿਖੇ ਹੋਏ ਜੇ ਲੇਖ ਨੇ ਨਾ, ਇਹ ਸਾਧ ਸੰਗਤ ਜੀ ਸਿੱਧੇ ਹੋ ਜਾਂਦੇ ਨੇ। ਮੱਥੇ 'ਤੇ ਲੇਖ ਲਿਖੇ ਹੁੰਦੇ ਨੇ, ਹੱਥਾਂ ਦੇ ਉੱਤੇ ਲੇਖ ਲਿਖੇ ਹੁੰਦੇ ਨੇ। ਅਤੇ ਸਾਧ ਸੰਗਤ ਜੀ, ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਣ ਕਰਕੇ ਮੱਥਾ ਟੇਕਦੇ ਹਾਂ, ਨਾਲ ਹੀ ਇਹ ਜਿਹੜੇ ਲੇਖ ਨੇ ਨਾ, ਪੁੱਠੇ ਲੇਖ, ਇਹ ਸਿੱਧੇ ਹੋ ਜਾਂਦੇ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪੁੰਨ ਪਦਾਰਥ ਪਾਇਆ, ਪੁੰਨਾਂ ਦੀ ਪ੍ਰਾਪਤੀ ਹੁੰਦੀ ਹੈ। ਅਤੇ ਜਦੋਂ ਪੁੰਨ ਵੱਧਦੇ ਨੇ, ਉਦੋਂ ਸੰਸਾਰਿਕ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਅਨੇਕ ਜਤਨ ਕਰ ਹਿਰਦੈ ਰਾਖਿਆ, ਰਤਨ ਨ ਛਪੈ ਛਪਾਇਆ। ਭਗਤ ਭੀਖਨ ਜੀ ਕਥਨ ਕਰਦੇ ਨੇ, ਸੰਤ ਭਗਤ ਮਹਾਂਪੁਰਖ ਬਹੁਤ ਯਤਨ ਕਰਦੇ ਨੇ ਕਿ ਪਰਮਾਤਮਾ ਦੇ ਨਾਮ ਨੂੰ ਲੁਕੋ ਕੇ ਰੱਖੀਏ। ਉਹ ਕਦੀ ਵੀ ਆਪਣਾ ਨਾਮ ਸਿਮਰਨ, ਆਪਣੀ ਭਗਤੀ, ਆਪਣੀ ਬੰਦਗੀ ਲੋਕਾਂ ਦੇ ਤਾਈਂ ਦੱਸਦੇ ਨਹੀਂ, ਪਰ ਫਿਰ ਵੀ ਉਹ ਸੰਸਾਰ ਦੇ ਵਿੱਚ ਪ੍ਰਗਟ ਹੋ ਹੀ ਜਾਂਦੇ ਨੇ ਕਿ ਇਹ ਪਰਮਾਤਮਾ ਦੇ ਭਗਤ ਨੇ। ਭਗਤਾਂ ਕੀ ਚਾਲ ਨਿਰਾਲੀ। ਉਹਨਾਂ ਦੀ ਸੰਸਾਰਿਕ ਮਨੁੱਖਾਂ ਨਾਲੋਂ ਚਾਲ ਵੱਖਰੀ ਹੁੰਦੀ ਹੈ। ਇਸ ਕਰਕੇ ਉਹ ਵੱਖਰੇ ਆਪਣੇ ਆਪ ਪਛਾਣੇ ਜਾਂਦੇ ਨੇ ਕਿ ਇਹ ਰੱਬ ਦੇ ਪਿਆਰੇ ਨੇ, ਇਹ ਚੰਗੇ ਬੰਦੇ ਨੇ। ਜਿਹੜੇ ਸਾਧ ਸੰਗਤ ਜੀ ਭਾਸ਼ਾ ਨਾ ਵੀ ਜਾਣਦੇ ਹੋਣ ਸੰਤ ਦੀ, ਜਿਹੜੇ ਸ਼ਕਲ ਸੂਰਤ ਨਾ ਵੀ ਜਾਣਦੇ ਹੋਣ, ਜੇ ਇੱਕ ਵਾਰੀ ਸਾਧ ਸੰਗਤ ਜੀ ਉਹਨਾਂ ਦੀ ਸੰਗਤ ਪ੍ਰਾਪਤ ਹੋ ਜਾਵੇ, ਉਹ ਉਹਨਾਂ ਦੇ ਮੁਖ 'ਚੋਂ ਨਿਕਲਦਾ ਹੈ ਕਿ ਇਹ ਬੰਦਾ ਚੰਗਾ ਆ, ਇਹ ਸੰਤ ਹੈ, ਇਹ ਸਾਧ ਬੰਦਾ ਹੈ, ਇਹ ਗੁੱਡ ਪਰਸਨ ਹੈ। ਆਪਣੇ ਆਪ ਹੀ ਨਿਕਲਦਾ ਹੈ। ਪਰਮਾਤਮਾ ਦਾ ਨਾਮ ਪ੍ਰਗਟ ਹੀ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰੀ ਦਾ ਭਗਤ ਸੰਸਾਰ ਦੇ ਵਿੱਚ ਪ੍ਰਗਟ ਹੋ ਹੀ ਜਾਂਦਾ ਹੈ। ਜਿੰਨਾ ਮਰਜ਼ੀ ਕੋਈ ਸਾਧ ਸੰਗਤ ਜੀ ਬਦਨਾਮੀ ਕਰਨ ਦਾ ਯਤਨ ਕਰੇ, ਜਿੰਨਾ ਮਰਜ਼ੀ ਕੋਈ ਸੰਤ ਮਹਾਂਪੁਰਖਾਂ ਦਾ ਨਾਮ, ਉਹਨਾਂ ਦੇ ਉੱਤੇ ਲਾਂਛਣ ਲਾਉਣ ਦਾ ਯਤਨ ਕਰੇ, ਉਹਨਾਂ ਨੂੰ ਨੀਵਾ ਵਿਖਾਉਣ ਦਾ ਯਤਨ ਕਰੇ, ਉਹਨਾਂ ਨੂੰ ਸੰਸਾਰ ਦੇ ਵਿੱਚ ਪ੍ਰਸਿੱਧੀ ਨਾ ਹੋਵੇ ਉਹਨਾਂ ਦੀ, ਇਸ ਕਰਕੇ ਅਨੇਕਾਂ ਯਤਨ ਕਰਨ, ਪਰ ਫਿਰ ਵੀ ਜਿਨ੍ਹਾਂ ਨੇ ਉੱਗਣਾ ਹੁੰਦਾ ਹੈ, ਉਹਨਾਂ ਨੇ ਪੱਥਰ ਦੇ ਹਿੱਕ ਨੂੰ ਪਾੜ ਕਰਕੇ ਉੱਗ ਹੀ ਪੈਂਦੇ ਨੇ। ਉਹ
ਇਸ ਕਰਕੇ ਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਪਰਮਾਤਮਾ ਦਾ ਨਾਮ ਜਿਹੜੇ ਜਪਦੇ ਨੇ ਉਹ ਉਹਨਾਂ ਦੇ ਹਿਰਦੇ ਵਿੱਚ ਯਤਨ ਕਰਦੇ ਨੇ ਕਿ ਕਿਸੇ ਤਰ੍ਹਾਂ ਅਸੀਂ ਲੁਕੋ ਕੇ ਰੱਖੀਏ, ਕਿਸੇ ਨੂੰ ਦਸੀਏ ਨਾ। ਜਿਵੇਂ ਕਿਸੇ ਧਨਵਾਨ ਕੋਲ ਧਨ ਬਹੁਤ ਹੋਵੇ ਤਾਂ ਉਹ ਯਤਨ ਕਰਦਾ ਹੈ ਕਿਸੇ ਦੇ ਅੱਖ ਵਿੱਚ ਨਾ ਆਵੇ, ਪੈਸੇ ਨੂੰ ਤਿਜੋਰੀ ਵਿੱਚ ਰੱਖਦਾ ਹੈ, 100 ਤਰ੍ਹਾਂ ਦੇ ਹਨੇਰੇ ਵਿੱਚ ਪਰਦਾ ਪਾ ਕਰਕੇ ਰੱਖਦਾ ਹੈ। ਪਰ ਫਿਰ ਵੀ ਜਿਹਦੇ ਕੋਲ 4 ਪੈਸੇ ਹੋਣ, ਉਹ ਸਾਧ ਸੰਗਤ ਜੀ ਮੱਥੇ 'ਤੇ ਹੀ ਦਿਸ ਪੈਂਦਾ ਹੈ ਕਿ ਇਹਦੇ ਕੋਲ 4 ਦਮੜੇ ਹੈਗੇ ਆ। ਸ਼ਕਲ ਸੂਰਤ ਜਿਹੜੀ ਹੈ ਨਾ ਉਹ ਦੱਸ ਦਿੰਦੀ ਹੈ ਕਿ ਨਹੀਂ ਇਹਦੇ ਕੋਲ 4 ਪੈਸੇ ਹੈਗੇ ਆ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਜਿਹਦੇ ਕੋਲ ਹੈ ਨਹੀਂ ਉਹ ਵੀ ਪਤਾ ਹੀ ਲੱਗ ਜਾਂਦਾ ਹੈ ਵੀ ਇਹ ਕੰਗਾਲ ਬੰਦਾ, ਇਹਦੇ ਕੋਲ ਹੈ ਕੁਝ ਨਹੀਂ, ਸਿਰਫ ਗੱਲਾਂ ਹੀ ਨੇ। ਗੁਰੂ ਮਹਾਰਾਜ ਕਥਨ ਕਰਦੇ ਨੇ, ਅਨਖ ਯਤਨ ਕਰ ਹਿਰਦੈ ਰਾਖਿਆ, ਰਤਨ ਨ ਛਪੈ ਛਪਾਇਆ। ਪਰਮਾਤਮਾ ਦਾ ਨਾਮ ਰੂਪੀ ਰਤਨ ਕਦੀ ਵੀ ਛੁਪਦਾ ਨਹੀਂ। ਹਰ ਗੁਣ ਕਹਤੇ ਕਹਿਨ ਨ ਜਾਈ, ਜੈਸੇ ਗੂੰਗੇ ਕੀ ਮਿਠਿਆਈ ਰਹਾਉ। ਗੁਰੂ ਮਹਾਰਾਜ ਭਗਤ ਭੀਖਨ ਜੀ ਦੇ ਹਿਰਦੇ ਵਿੱਚ ਬੈਠ ਕਰਕੇ ਕਥਨ ਕਰਦੇ ਨੇ, ਜਿਵੇਂ ਗੂੰਗੇ ਬੰਦੇ ਦੇ ਮੁਖ ਵਿੱਚ ਗੁੜ ਪਾ ਦਈਏ ਨਾ ਤੇ ਜਿੰਨਾ ਮਰਜ਼ੀ ਯਤਨ ਕਰੇ ਦੱਸ ਨਹੀਂ ਸਕਦਾ ਕਿੰਨਾ ਕੁ ਮਿੱਠਾ ਹੈ। ਇਸੇ ਤਰ੍ਹਾਂ ਪਰਮਾਤਮਾ ਦਾ ਨਾਮ, ਉਹਦੇ ਵਿੱਚ ਕਿੰਨੀਆਂ ਬਰਕਤਾਂ ਨੇ, ਕਿੰਨੀਆਂ ਦਾਤਾਂ ਨੇ, ਕਿੰਨਾ ਕੁਝ ਹੈ। ਇਹ ਸਾਧ ਸੰਗਤ ਜੀ ਪਰਮਾਤਮਾ ਆਪ ਹੀ ਜਾਣਦਾ ਹੈ। ਨਾਮ ਜਪਣ ਵਾਲਾ ਦੱਸ ਨਹੀਂ ਸਕਦਾ ਕਿ ਪਰਮਾਤਮਾ ਕੀ ਹੈ ਅਤੇ ਪਰਮਾਤਮਾ ਦੇ ਨਾਮ ਦੀ ਕਿੰਨੀ ਕੁ ਵਡਾਈ ਹੈ। ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਨ ਜਿਹ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਹਿ। ਕੋਈ ਨਹੀਂ ਕਹਿ ਸਕਦਾ ਕਿ ਪਰਮਾਤਮਾ ਦਾ ਨਾਮ ਕਿੰਨਾ ਕੁ ਵੱਡਾ ਹੈ, ਪਰਮਾਤਮਾ ਕਿੰਨਾ ਕੁ ਵੱਡਾ ਹੈ, ਪਰਮਾਤਮਾ ਕਿਸ ਤਰ੍ਹਾਂ ਦਾ ਹੈ, ਕੋਈ ਨਹੀਂ ਦੱਸ ਸਕਦਾ। ਸਿਰਫ ਸਾਧ ਸੰਗਤ ਜੀ ਜਪ ਜਪ ਕੇ ਜਿਵੇਂ ਇੱਕ ਛੋਟੀ ਜਿਹੀ ਮਛਲੀ ਸਮੁੰਦਰ ਦੇ ਡੂੰਘੇ ਜਲ ਦੇ ਵਿੱਚ ਜਾ ਕਰਕੇ ਆਨੰਦ ਮਾਣ ਸਕਦੀ ਹੈ, ਪਰ ਸਮੁੰਦਰ ਦਾ ਪਾਰਲਾ ਨਾਮ ਜਪਦੇ ਨੇ, ਆਨੰਦ ਮਾਣਦੇ ਨੇ, ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦੇ। ਹਰ ਗੁਣ ਕਹਤੇ ਕਹਿਨ ਨ ਜਾਈ, ਜੈਸੇ ਗੂੰਗੇ ਕੀ ਮਿਠਿਆਈ। ਜਿੰਨਾ ਮਰਜ਼ੀ ਕੋਈ ਪਰਮਾਤਮਾ ਦਾ ਨਾਮ ਹਰੀ ਦੇ ਗੁਣਾਨੁਵਾਦ ਕਰੇ, ਗੁਣਾਂ ਨੂੰ ਜਪੇ ਕਿ ਪਰਮਾਤਮਾ ਭਗਤ ਵਛਲ ਹੈ, ਪਰਮਾਤਮਾ ਦੀਨਾਨਾਥ ਹੈ, ਪਰਮਾਤਮਾ ਦੀਨਾ ਬੰਧੂ ਹੈ, ਕਈ ਤਰ੍ਹਾਂ ਦੇ ਨਾਮ ਜਪੇ। ਗ੍ਰੰਥਾਂ ਵਿੱਚ ਲਿਖਿਆ ਹੈ ਸ਼ੇਸ਼ ਨਾਗ, ਉਹਦੇ 1000 ਮੁਖ ਨੇ, ਇੱਕ ਮੁਖ ਦੇ ਵਿੱਚ 2-2 ਜ਼ਬਾਨਾਂ ਨੇ। ਇਸ ਤਰ੍ਹਾਂ ਤਕਰੀਬਨ 2000 ਜ਼ਬਾਨਾਂ ਹੋ ਗਈਆਂ ਨੇ। 2000 ਜ਼ਬਾਨਾਂ ਦੇ ਨਾਲ ਪਰਮਾਤਮਾ ਦੇ ਨਿਤ ਨਵੇਂ ਨਾਮ ਲੈਂਦਾ ਹੈ, ਨਿਤ ਨਵੇਂ ਨਾਮ ਪਰਮਾਤਮਾ ਦਾ ਉਚਾਰਨ ਕਰਦਾ ਹੈ। ਅਤੇ ਇੱਕ ਵਾਰੀ ਜਿਹੜਾ ਨਾਮ ਲਿਆ ਉਹ ਨਾਮ ਦੁਬਾਰਾ ਨਹੀਂ ਜਪਦਾ, ਨਿਤ ਨਵੀਨ ਤੋਂ ਨਵੀਨ ਪਰਮਾਤਮਾ ਦਾ ਨਾਮ ਜਪਦਾ, ਤਾਂ ਵੀ ਪਰਮਾਤਮਾ ਦਾ ਅੰਤ ਨਹੀਂ ਪਾ ਸਕਦਾ। ਇੰਨਾ ਕੁ ਪਰਮਾਤਮਾ ਬੇਅੰਤ ਹੈ। ਨਾਨਕ ਅੰਤ ਨ ਅੰਤ, ਉਹਦਾ ਅੰਤ ਕੀ ਹੈ? ਉਹ ਬੇਅੰਤ ਹੈ, ਇਹੀ ਪਰਮਾਤਮਾ ਦਾ ਅੰਤ ਹੈ। ਉਹਦਾ ਵਾਹਿਗੁਰੂ ਦਾ ਅੰਤ ਕੀ ਹੈ? ਵਾਹਿਗੁਰੂ ਦਾ ਅੰਤ ਅਖੀਰਲਾ ਜਾਣਨਾ ਕੀ ਹੈ? ਕਿ ਉਹ ਪਰਮਾਤਮਾ ਬੇਅੰਤ ਹੈ। ਇੱਥੇ ਪਰਮਾਤਮਾ ਦਾ ਅੰਤ ਹੈ ਕਿ ਉਹ ਪਰਮਾਤਮਾ ਬੇਅੰਤ ਹੈ। ਰਸਨਾ ਰਮਤ ਸੁਨਤ ਸੁਖ ਸਰਵਨਾ, ਚਿੱਤ ਚੇਤੇ ਸੁਖ ਹੋਈ। ਰਸਨਾ ਦੇ ਨਾਲ ਵਾਹਿਗੁਰੂ 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 ਜਪਣ ਦੇ ਨਾਲ, ਕੰਨਾਂ ਦੇ ਨਾਲ ਸੁਣਨਾ ਵੀ ਹੈ। ਜਿੱਥੇ ਜ਼ਬਾਨ ਦੇ ਨਾਲ ਜਪਣਾ, ਉੱਥੇ ਕੰਨਾਂ ਦੇ ਨਾਲ ਵਾਹਿਗੁਰੂ ਦਾ ਨਾਮ ਸਰਵਣ ਵੀ ਕਰਨਾ ਹੈ। ਸੁਣ ਸੁਣ ਕੇ ਹਿਰਦੇ ਦੇ ਵਿੱਚ ਸ਼ਾਂਤੀ ਪ੍ਰਾਪਤ ਹੁੰਦੀ ਹੈ। ਰਸਨਾ ਰਮਤ, ਰਸਨਾ ਦੇ ਨਾਲ ਰੰਬਣਾ ਹੈ, ਸਵਾਦ ਲੈਣਾ ਹੈ, ਚਖਣਾ ਹੈ। ਸੁਨਤ ਸੁਖ ਸਰਵਨਾ, ਕੰਨਾਂ ਦੇ ਨਾਲ ਵਾਹਿਗੁਰੂ ਦਾ ਨਾਮ ਸੁਣਨ ਕਰਕੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਚਿੱਤ ਚੇਤੇ ਸੁਖ ਹੋਈ, ਸਦੀ ਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਜੇ ਹਮੇਸ਼ਾ
ਚਿੱਤ ਵਿੱਚ, ਆਪਣੇ ਚੇਤੇ ਵਿੱਚ, ਯਾਦ ਸ਼ਕਤੀ ਵਿੱਚ, ਮੈਮਰੀ ਦੇ ਵਿੱਚ, ਸਬਕੌਨਸ਼ੀਅਸ ਕੌਨਸ਼ੀਅਸ ਮਾਈਂਡ ਦੇ ਵਿੱਚ, ਅਨਕੌਨਸ਼ੀਅਸ ਮਾਈਂਡ ਦੇ ਵਿੱਚ ਵਾਹਿਗੁਰੂ ਦਾ ਚਿੰਤਨ ਹੋਵੇ। ਲਗਾਤਾਰ ਪਰਮਾਤਮਾ ਦੀ ਯਾਦ ਜ਼ਿਹਨ ਵਿੱਚ ਚੱਲੇ। ਕਹੋ ਭੀਖਨ ਦੋਇ ਨੈਣ ਸੰਤੋਖੇ, ਜਿਹ ਦੇਖਾਂ ਤਿਹ ਸੋਈ। ਭਗਤ ਭੀਖਨ ਜੀ ਦੇ ਮੁਖਾਰ ਬਿੰਦ ਤੋਂ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਦੋਹਾਂ ਨੇਤਰਾਂ ਦੇ ਵਿੱਚ ਸੰਤੋਖ ਦੀ ਪ੍ਰਾਪਤੀ ਹੋ ਗਈ ਹੈ। ਨੇਤਰ ਜਿਹੜੇ ਨੇ ਹੁਣ ਠੰਡੇ ਠਾਰ ਹੋ ਗਏ ਨੇ। ਕਿਉਂ ਜੀ? ਕਿ ਜਿੱਥੇ ਵੇਖਦਾ ਉੱਥੇ ਵਾਹਿਗੁਰੂ ਹੀ ਦਿਸਦਾ ਹੈ। ਜਿੱਥੇ ਵੇਖਦੇ ਹਾਂ ਉੱਥੇ ਪਰਮਾਤਮਾ ਦੇ ਹੀ ਦਰਸ਼ਨ ਹੁੰਦੇ ਨੇ। ਇਹ ਪਾਵਨ ਪਵਿੱਤਰ ਉਪਦੇਸ਼ ਭਗਤ ਭੀਖਨ ਜੀ ਨੇ ਅੰਮ੍ਰਿਤ ਵੇਲੇ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ। ਹੁਣ ਜੋ ਲੜੀਵਾਰ ਬਸੰਤ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਭਗਤਾਂ ਦੀ ਵਡਿਆਈ ਕਰ ਰਹੇ ਨੇ। ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸੇਵਿਆ ਬਾਲ ਬੁੱਧ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਸੰਤ ਰਾਗ ਦੇ ਵਿੱਚ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸੁਣ ਸਾਖੀ ਮਨ ਜਪ ਪਿਆਰ। ਇਸ ਪਹਿਲੀ ਪੰਕਤੀ ਦੇ ਵਿੱਚ ਗੁਰੂ ਮਹਾਰਾਜ ਕਹਿੰਦੇ ਨੇ ਸੁਣ ਸਾਖੀ। ਸਾਖੀ ਨੂੰ ਸੁਣ ਭਾਈ। ਸਾਖੀ ਤੋਂ ਭਾਵ ਹੈ ਸਾਖੀ। ਸਾਖੀ ਤੋਂ ਭਾਵ ਹੈ ਕਿ ਜੋ ਘਟਿਤ ਹੋਈ ਘਟਨਾ ਹੈ ਉਹਨੂੰ ਸਾਖੀ ਕਹਿੰਦੇ ਨੇ। ਸਾਖੀ ਅਕਾਲ ਪੁਰਖ ਵਾਹਿਗੁਰੂ ਨੂੰ ਜੋੜਨ ਵਾਲੀ। ਸੁਣ ਸਾਖੀ ਮਨ ਜਪ ਪਿਆਰ। ਮਨ ਦੇ ਨਾਲ, ਪਿਆਰ ਦੇ ਨਾਲ ਪ੍ਰਭੂ ਪਰਮਾਤਮਾ ਨੂੰ ਜਪਣਾ ਕਰ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਬਹੁਤ ਸਾਰੇ ਜਿਹੜੇ ਪੁਰਾਤਨ ਅਤੇ ਨਵੀਨ ਜਿਹੜੇ ਭਗਤ ਨੇ ਉਹਨਾਂ ਦਾ ਨਾਮ ਜ਼ਿਕਰ ਕਰਕੇ ਉਹਨਾਂ ਦੇ ਟੂਕ ਮਾਤਰ ਸਾਖੀਆਂ ਜਿਹੜੀਆਂ ਨੇ ਉਹਦੇ ਬਾਰੇ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਨੇ ਤੇ ਲਿਖਣਾ ਕੀਤਾ ਹੈ, ਦਰਜ ਕੀਤੇ ਨੇ। ਇਹਦੇ ਵਿੱਚ ਭਗਤ ਅਜਾਮਲ ਜੀ, ਸਾਧ ਸੰਗਤ ਜੀ, ਭਗਤ ਜਿਹੜੀ ਕੁਬਜਾ ਸੀ, ਬਿਦਰ, ਪ੍ਰਹਿਲਾਦ ਆਦਿ ਕੀਤੇ, ਦ੍ਰੋਪਦੀ, ਇਹਨਾਂ ਦੀਆਂ ਸਾਖੀਆਂ ਜਿਹੜੀਆਂ ਨੇ ਆਪ ਜੀਆਂ ਨੇ ਕੱਲ੍ਹ ਦੇ ਦੀਵਾਨ ਦੇ ਵਿੱਚ ਸਰਵਣ ਕੀਤੀ ਸੀ। ਹੁਣ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਭਗਤ ਧੰਨੇ ਜੀ ਦੀ ਗੱਲ ਕਰ ਰਹੇ ਨੇ। ਧੰਨੈ ਸੇਵਿਆ ਬਾਲ ਬੁੱਧ। ਬਾਲਕ ਬੁੱਧ ਇੱਕ ਇਹੋ ਜਿਹੀ ਅਵਸਥਾ ਹੁੰਦੀ ਹੈ ਜਿੱਥੇ ਹਿਰਦਾ ਨਿਰਮਲ ਹੁੰਦਾ ਹੈ। ਬਾਲਕ ਦੇ ਮਨ ਦੇ ਵਿੱਚ ਹੰਕਾਰ ਨਹੀਂ ਜੇ ਹੁੰਦਾ। ਬਾਲਕ ਦੇ ਮਨ ਵਿੱਚ ਵੈਰ ਵਿਰੋਧ ਨਹੀਂ ਹੁੰਦਾ। ਬਾਲਕ ਦੇ ਬੱਚੇ ਦੇ ਮਨ ਦੇ ਵਿੱਚ ਵਾਸ਼ਨਾਵਾਂ ਨਹੀਂ ਹੁੰਦੀਆਂ ਨੇ। ਅਤੇ ਉਦੋਂ ਜਪਿਆ ਹੋਇਆ ਨਾਮ ਬਹੁਤ ਜ਼ਿਆਦਾ ਪ੍ਰਫੁੱਲਿਤ ਹੁੰਦਾ ਹੈ, ਬਹੁਤ ਜ਼ਿਆਦਾ ਫਲੀਭੂਤ ਹੁੰਦਾ ਹੈ। ਇਸ ਕਰਕੇ ਬਚਪਨ ਤੋਂ ਹੀ ਬੱਚਿਆਂ ਨੂੰ ਗੋਦ ਵਿੱਚ ਲੈ ਕਰਕੇ ਮਾਤਾ ਪਿਤਾ ਨਾਮ ਸਿਮਰਨ ਕਰਾਉਂਦੇ ਨੇ, ਜਿਹੜੇ ਗੁਰਮੁਖ ਮਾਤਾ ਪਿਤਾ ਹਨ। ਸਤਿਗੁਰੂ ਜੀ ਇੱਥੇ ਕਥਨ ਕਰਦੇ ਨੇ ਧੰਨੈ ਸੇਵਿਆ ਬਾਲ ਭਗਤ। ਭਗਤ ਧੰਨਾ ਜੀ ਨੇ ਪਰਮਾਤਮਾ ਦੀ ਸੇਵਾ ਕੀਤੀ। ਕਿਸ ਤਰ੍ਹਾਂ ਕੀਤੀ? ਕਹਿੰਦੇ ਬਾਲ ਬੁੱਧ। ਬਾਲਕਿਆਂ ਵਰਗੇ ਜਿਹੜੀ ਬੁੱਧੀ ਹੈ ਉਹਦੇ ਨਾਲ ਭਗਤ ਧੰਨਾ ਜੀ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ। ਭਗਤ ਧੰਨਾ ਜੀ ਦੀ ਸਾਖੀ ਆਪ ਜੀ ਨੇ ਤਕਰੀਬਨ ਸਾਰੇ ਨੇ ਸਰਵਣ ਕੀਤੀ ਸੀ। ਧੰਨੈ ਧੰਨ ਪਾਇਓ ਧਰਨੀ ਧਰ। ਧਰਨੀ ਧਰ ਸਾਰੀ ਧਰਤੀ ਨੂੰ ਧਾਰਨ ਕਰਨ ਵਾਲੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਭਗਤ ਧੰਨਾ ਜੀ ਨੇ। ਭਗਤ ਧੰਨਾ ਜੀ ਜਿੱਥੇ ਜੱਟ ਜ਼ਿਮੀਂਦਾਰ ਸਨ ਉੱਥੇ ਉਹਨਾਂ ਦਾ ਸੁਭਾਅ ਬੜਾ ਹੀ ਨਿਰਮਲ, ਬੜਾ ਹੀ ਸਵੱਛ, ਬੜਾ ਹੀ ਨਿਰਛਲ, ਕਿਸੇ ਪ੍ਰਕਾਰ ਦਾ ਵਿੰਗ ਟੇਡ ਵਾਲਾ ਮਨ ਨਹੀਂ ਸੀ। ਬੜਾ ਹੀ ਸਾਫ਼ ਸਿੱਧਾ ਪੱਧਰਾ ਮਨ ਸੀ। ਜਿਹੜੀ ਜ਼ਮੀਨ ਪੱਧਰੀ ਹੋਵੇ ਉਹਦੇ ਵਿੱਚ ਬੀਜ ਬੋਣਾ ਸੌਖਾ ਹੁੰਦਾ ਹੈ। ਇਸ ਕਰਕੇ ਹਿਰਦਾ ਨਿਰਮਲ ਸੀ। ਅਤੇ ਵੇਖਿਆ ਗੰਗਾ ਦੇ ਕਿਨਾਰੇ ਬ੍ਰਾਹਮਣ ਜੀ ਬੈਠੇ ਨੇ ਅਤੇ ਕੁਝ ਕਰ ਰਹੇ ਨੇ। ਜਾ ਕੇ ਪੁੱਛਿਆ, ਬ੍ਰਾਹਮਣ ਜੀ ਕੀ ਕਰ ਰਹੇ ਹੋ? ਅਤੇ ਬ੍ਰਾਹਮਣ ਜੀ ਨੇ ਕਿਹਾ ਵੀ ਧੰਨਿਆ, ਕਹਿੰਦੇ ਠਾਕੁਰ ਦੀ ਸੇਵਾ ਕਰ ਰਿਹਾ ਹਾਂ। ਅਤੇ ਧੰਨਾ ਜੀ ਦੇ ਮਨ ਵਿੱਚ ਫਿਰ ਸਵਾਲ ਆਇਆ, ਕਹਿੰਦੇ ਬ੍ਰਾਹਮਣ ਜੀ ਇਹ ਠਾਕੁਰ ਦੀ ਸੇਵਾ ਕਰਨ ਨਾਲ ਕੀ ਪ੍ਰਾਪਤ ਹੁੰਦਾ ਹੈ, ਕੀ ਮਿਲਦਾ ਹੈ?
ਬ੍ਰਾਹਮਣ ਜੀ ਕਹਿਣ ਲੱਗੇ, ਧੰਨਾ ਜੀ, ਠਾਕੁਰ ਦੀ ਸੇਵਾ ਕਰਨ ਨਾਲ ਮਨ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਫਿਰ ਠਾਕੁਰ ਜੀ ਆਪ ਤੁਹਾਡੇ ਸਾਰੇ ਕੰਮ ਕਰਦੇ ਨੇ। ਤੇ ਭਗਤ ਧੰਨਾ ਜੀ ਕਹਿੰਦੇ ਨੇ, ਮੇਰੇ ਜ਼ਿਮੀਦਾਰ ਦੇ ਕੰਮ ਸਾਰੇ ਕਰਨਗੇ? ਕਹਿੰਦੇ ਹਾਂ ਕਰਨਗੇ, ਜ਼ਰੂਰ ਕਰਨਗੇ। ਕਹਿੰਦੇ ਫਿਰ ਮੈਨੂੰ ਵੀ ਇੱਕ ਠਾਕੁਰ ਦੇ ਦਿਓ। ਕਹਿੰਦੇ ਠੀਕ ਹੈ। ਬ੍ਰਾਹਮਣ ਨੇ ਚਲਾਕੀ ਕੀਤੀ, ਕਹਿੰਦੇ ਠਾਕੁਰ ਦੇ ਦੇਵਾਂਗਾ, ਪਰ ਤੈਨੂੰ ਇੱਕ ਗਾਂ ਦੇਣੀ ਪੈਣੀ ਆ। ਠੀਕ ਹੈ ਜੀ। ਸ਼ਰਧਾ ਨਾਲ, ਭਾਵਨਾ ਨਾਲ ਹਿਰਦਾ ਭਰਿਆ ਹੋਇਆ ਸੀ। ਉਹਨੇ ਗਾਂ ਲਿਆ ਕਰਕੇ ਬ੍ਰਾਹਮਣ ਨੂੰ ਦੇ ਦਿੱਤੀ। ਬ੍ਰਾਹਮਣ ਨੇ ਸਾਧ ਸੰਗਤ ਜੀ ਇੱਕ ਵੱਟਾ ਲੈ ਕਰਕੇ ਰੁਮਾਲ ਦੇ ਵਿੱਚ ਇਸ ਤਰ੍ਹਾਂ ਕੱਪੜੇ ਵਿੱਚ ਲਪੇਟ ਕਰਕੇ ਦੇ ਦਿੱਤਾ। ਭਗਤ ਧੰਨਾ ਜੀ ਦੇ ਹੱਥ ਵਿੱਚ ਫੜਾਇਆ ਅਤੇ ਕਿਹਾ, ਦੋਵੇਂ ਟਾਈਮ ਇਸ਼ਨਾਨ ਕਰਾਉਣਾ, ਪੂਜਾ ਕਰਨੀ ਹੈ ਅਤੇ ਭੋਗ ਲਵਾਉਣਾ, ਨੈਵੇਦ ਲਵਾਉਣਾ ਆ, ਅਤੇ ਭੋਗ ਲਗਾ ਕਰ ਫਿਰ ਆਪ ਛਕਣਾ, ਪਹਿਲਾਂ ਨਹੀਂ ਛਕਣਾ। ਠੀਕ ਹੈ ਜੀ ਮਹਾਰਾਜ। ਲਓ ਜੀ, ਭਗਤ ਧੰਨਾ ਜੀ ਠਾਕੁਰ ਜੀ ਨੂੰ ਲੈ ਕਰਕੇ ਚਲੇ ਗਏ ਆਪਣੇ ਘਰ 'ਚ। ਇਸ਼ਨਾਨ ਕਰਾਇਆ, ਸਾਰਾ ਕੁਝ ਕੀਤਾ, ਪੂਜਾ ਕੀਤੀ। ਉਸ ਤੋਂ ਬਾਅਦ ਹੁਣ ਛਕਣ ਦੀ ਗੱਲ ਆਈ ਅਤੇ ਭਗਤ ਧੰਨਾ ਜੀ ਗਰੀਬ ਸਨ, ਜ਼ਿਮੀਦਾਰ ਸਨ। ਉਹਨਾਂ ਨੇ ਸਾਧ ਸੰਗਤ ਜੀ ਸੁੱਕੇ ਪ੍ਰਸ਼ਾਦੇ ਲਿਆ ਕਰਕੇ ਸਾਹਮਣੇ ਰੱਖੇ ਥਾਲ ਦੇ ਵਿੱਚ ਅਤੇ ਲੱਗੇ ਕਰਨ ਅਰਦਾਸ। ਕਹਿੰਦੇ ਠਾਕੁਰ ਜੀ ਛਕੋ। ਹੁਣ ਪੱਥਰ ਨੇ ਕੀ ਛਕਣਾ ਜੀ? ਨਾ ਪਾਥਰ ਦੇ ਨਾ ਕਿਛ ਲੇ, ਤਿਸ ਕੀ ਘਾਲ ਅਜਾਈ ਜਾਏ। ਜਿਹੜਾ ਪੱਥਰ ਦੀ ਪੈਰੀ ਪੈਂਦਾ, ਉਹਦੀ ਘਾਲਣਾ, ਉਹਦੀ ਸੇਵਾ ਵਿਅਰਥ ਜਾਂਦੀ ਹੈ। ਪੱਥਰ ਦੀ ਸੇਵਾ ਕਰਨ ਨਾਲ ਕੁਝ ਫਲ ਦੀ ਪ੍ਰਾਪਤੀ ਨਹੀਂ ਹੁੰਦੀ, ਭਾਵਨਾ ਦੇ ਨਾਲ ਹੀ ਪ੍ਰਾਪਤੀ ਹੁੰਦੀ ਹੈ। ਗੁਰੂ ਮਹਾਰਾਜ ਕਥਨ ਕਰਦੇ ਨੇ, ਇਸ ਕਰਕੇ ਕਉ ਬਤਾਨ ਕੋ ਪੂਜਤ ਹੈ ਪਸ, ਕਉ ਮ੍ਰਿਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਔਰ ਜੋ ਸਭੇ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਕਈ ਜਿਹੜੇ ਪਖੰਡੀ ਨੇ, ਉਹ ਗਲ ਦੇ ਵਿੱਚ ਪੱਥਰ ਲਟਕਾ ਕਰਕੇ ਇਹ ਮੰਨ ਲੈਂਦੇ ਨੇ ਕਿ ਰੱਬ ਅਸੀਂ ਨਾਲ ਬੰਨ੍ਹ ਲਿਆ ਹੈ। ਇਸ ਤਰ੍ਹਾਂ ਨਹੀਂ, ਰੱਬ ਪ੍ਰੇਮਾ ਭਗਤੀ ਤੋਂ ਪ੍ਰਾਪਤ ਹੁੰਦਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਰੱਬ ਦੀ ਪ੍ਰਾਪਤੀ ਕੀਤੀ ਹੈ। ਪਖੰਡ ਕਰਨ ਦੇ ਨਾਲ, ਦਿਖਾਵਾ ਕਰਨ ਦੇ ਨਾਲ ਲੋਕ ਪਤੀਣਾ ਕਛੂ ਨ ਹੋਵੇ, ਨਾ ਹੀ ਰਾਮ ਏਣਾ। ਲੋਕਾਂ ਨੂੰ ਖੁਸ਼ ਕਰਨ ਨਾਲ, ਲੋਕ ਵਿਖਾਵਾ ਕਰਨ ਦੇ ਨਾਲ ਰੱਬ ਖੁਸ਼ ਨਹੀਂ ਜੇ ਹੁੰਦਾ। ਰੱਬ ਨੂੰ ਖੁਸ਼ ਕਰਨ ਵਾਸਤੇ ਹਿਰਦੇ ਦਾ ਨਿਰਮਲ ਹੋਣਾ, ਹਿਰਦੇ ਵਿੱਚ ਪ੍ਰੇਮ ਭਾਵਨਾ ਹੋਣੀ ਅਤੀ ਜ਼ਰੂਰੀ ਹੈ। ਹਿਰਦਾ ਨਿਰਮਲ ਸੀ ਭਗਤ ਧੰਨਾ ਜੀ ਦਾ, ਪੱਥਰ ਦਾ ਬਹਾਨਾ ਸੀ। ਲੱਗੇ ਕਰਨ ਅਰਦਾਸ, ਕਹਿੰਦੇ ਹੇ ਠਾਕੁਰ ਜੀ, ਮੈਨੂੰ ਪਤਾ ਵੀ ਤੁਸੀਂ ਬ੍ਰਾਹਮਣ ਜੀ ਦੇ ਘਰੋਂ ਆਏ ਹੋ, ਉੱਥੇ ਤੁਹਾਨੂੰ ਖਾਣ ਵਾਸਤੇ ਵਧੀਆ ਵਧੀਆ ਪਦਾਰਥ ਜਿਹੜੇ ਨੇ ਉਹ ਮਿਲਦੇ ਨੇ। ਉੱਥੇ ਤੁਹਾਨੂੰ ਪੂਰੀ ਅਤੇ ਖੀਰ ਆਦਿ ਕਈ ਤਰ੍ਹਾਂ ਦੇ ਵੰਨ ਸੁਵੰਨੇ ਪਦਾਰਥ ਮਿਲਦੇ ਨੇ। ਮੇਰੇ ਘਰ ਦੇ ਵਿੱਚ ਤਾਂ ਸੁੱਕਾ ਮਿੱਸਾ ਪ੍ਰਸ਼ਾਦਾ ਹੀ ਹੈ, ਵੀ ਆਪ ਜੀ ਕਿਰਪਾ ਕਰੋ, ਛਕੋ। ਇਸ ਤਰ੍ਹਾਂ ਸਾਧ ਸੰਗਤ ਜੀ ਪਿਆਰ ਦੇ ਨਾਲ ਕਹਿੰਦੇ ਰਹੇ, ਅਰਦਾਸ ਕਰਦੇ ਰਹੇ ਕਿ ਠਾਕੁਰ ਜੀ ਛਕੋ, ਠਾਕੁਰ ਜੀ ਛਕੋ। ਅਤੇ ਆਪ ਪੱਥਰ ਨੇ ਕੀ ਛਕਣਾ ਸੀ ਅਤੇ ਅੱਗੋਂ ਕੀ ਜਵਾਬ ਦੇਣਾ ਸੀ। ਅਤੇ ਸਾਧ ਸੰਗਤ 3 ਦਿਨ ਲਗਾਤਾਰ ਹੀ ਭਗਤ ਧੰਨਾ ਜੀ ਅਰਦਾਸ ਕਰਦੇ ਰਹੇ। ਨਾ ਪੱਥਰ ਨੇ ਛਕਿਆ ਅਤੇ ਨਾ ਹੀ ਭਗਤ ਧੰਨਾ ਜੀ ਅਰਦਾਸ ਕਰਨ ਨੂੰ ਹਟੇ। ਇੰਨੇ ਨਿਰਮਲ ਹਿਰਦੇ ਦੇ ਨਾਲ ਜਦੋਂ ਅਰਦਾਸ ਬੇਨਤੀ ਕੀਤੀ, ਉਦੋਂ ਫਿਰ ਪਰਮਾਤਮਾ ਨੇ ਆਪ ਆਣ ਕਰਕੇ ਭਗਤ ਧੰਨਾ ਜੀ ਦੀ ਸਾਧ ਸੰਗਤ ਜੀ ਦਰਸ਼ਨ ਦਿੱਤੇ, ਨਾਲ ਨਿਹਾਲ ਕੀਤਾ, ਬ੍ਰਹਮ ਗਿਆਨ ਦੀ ਦਾਤ ਬਖਸ਼ੀ। ਇਸ ਤਰ੍ਹਾਂ ਭਗਤ ਧੰਨਾ ਜੀ ਨੇ ਬਾਲਕ ਬੁੱਧ ਦੇ ਨਾਲ, ਭਾਵ ਭੋਲੇ ਭਾਏ ਮਿਲੇ ਰਗ ਰਾਇਆ, ਭੋਲੇ ਸੁਭਾਅ ਦੇ ਨਾਲ ਰੱਬ ਨੂੰ ਪ੍ਰਾਪਤ ਕਰ ਲਿਆ ਹੈ। ਤਿਰਲੋਚਨ ਗੁਰ ਮਿਲ ਭਾਈ ਸਿੱਧ। ਭਗਤ ਤਿਰਲੋਚਨ ਜੀ ਤੇ ਭਗਤ ਨਾਮਦੇਵ ਜੀ ਸਮਕਾਲੀਨ ਭਗਤ ਹੋਏ ਨੇ। ਭਗਤ ਤਿਰਲੋਚਨ ਜੀ ਦੇ ਗੁਰੂ ਹੋਏ ਨੇ ਗਿਆਨਦੇਵ, ਅਤੇ ਉਹਨਾਂ ਨੂੰ ਸਾਧ ਸੰਗਤ ਗਿਆਨੇਸ਼ਵਰ ਵੀ ਕਹਿੰਦੇ ਨੇ। ਗਿਆਨੇਸ਼ਵਰੀ ਵੀ ਇੱਕ ਗ੍ਰੰਥ ਹੈ ਜੋ ਮਹਾਰਾਸ਼ਟਰ ਦੇ ਵਿੱਚ ਕਾਫੀ ਪ੍ਰਚਲਿਤ ਹੈ। ਗਿਆਨੇਸ਼ਵਰ ਜਿਹੜੇ ਇਹਨਾਂ ਦੇ ਗੁਰੂ ਹੋਏ ਨੇ, ਇਹਨਾਂ ਨੇ ਸਾਧ ਸੰਗਤ ਜੀ ਇੱਕ ਸੰਡੇ ਦੇ ਮੁਖ 'ਚੋਂ ਵੇਦ ਮੰਤਰ ਪੜ੍ਹਵਾਏ ਸਨ, ਅਤੇ ਸੰਡਾ ਅੱਗੇ ਅੱਗੇ ਸਾਧ ਸੰਗਤ ਜੀ ਵੇਦ ਮੰਤਰ ਪੜ੍ਹਦਾ ਸੀ। ਇਹਨਾਂ ਦੇ ਗੁਰੂ ਦੇ ਵਿੱਚ ਇੰਨੀ ਕਲਾ ਸੀ, ਇੰਨੀ ਸ਼ਕਤੀ ਸੀ। ਭਗਤ ਤਿਰਲੋਚਨ ਜੀ ਬਾਰੇ
ਇਸ ਤਰ੍ਹਾਂ ਵਿਦਵਾਨ ਨੇ ਜ਼ਿਕਰ ਕੀਤਾ ਹੈ ਕਿ ਇੱਕ ਵਾਰੀ ਭਗਤ ਤਿਰਲੋਚਨ ਜੀ ਤੇ ਇਹਨਾਂ ਦੇ ਘਰ ਵਾਲੀ ਆਪ ਸਾਧ ਸੰਗਤ ਜੀ ਬਹੁਤ ਜ਼ਿਆਦਾ ਸੰਤ ਸੇਵੀ ਸਨ। ਜਿਹੜਾ ਵੀ ਕੋਈ ਗਰੀਬ, ਕੋਈ ਲੋੜਵੰਤ, ਕੋਈ ਸੰਤ ਭਗਤ ਰੱਬ ਦਾ ਪਿਆਰਾ ਆ ਜਾਵੇ, ਉਹਨੂੰ ਆਪਣੇ ਹੱਥੀਂ ਭੋਜਨ ਪ੍ਰਸ਼ਾਦਾ ਬਣਾ ਕਰਕੇ ਛਕਾਇਆ ਕਰਦੇ ਸਨ। ਘਰ ਦੇ ਵਿੱਚ ਸੇਵਾ ਪਾਣੀ, ਟਹਿਲ ਪਾਣੀ ਕਰਿਆ ਕਰਦੇ ਸਨ। ਅਤੇ ਸਾਧ ਸੰਗਤ ਜੀ ਇਸ ਤਰ੍ਹਾਂ ਮਨ ਦੇ ਵਿੱਚ ਇੱਕ ਵਾਰੀ ਭਗਤ ਨਾਮਦੇਵ ਜੀ ਦੇ ਨਾਲ ਜ਼ਿਕਰ ਕੀਤਾ ਕਿ ਭਗਤ ਜੀ, ਆਪ ਜੀ ਨੂੰ ਤਾਂ ਰੱਬ ਦੀ ਪ੍ਰਾਪਤੀ ਹੋ ਗਈ ਹੈ, ਵੀ ਕਿਰਪਾ ਕਰੋ ਮੈਨੂੰ ਵੀ ਰੱਬ ਦੇ ਦਰਸ਼ਨ ਕਰਵਾਓ ਕਿਤੇ। ਅਤੇ ਇਸ ਤਰ੍ਹਾਂ ਦੀ ਬੇਨਤੀ ਸੁਣ ਕਰਕੇ ਭਗਤ ਨਾਮਦੇਵ ਜੀ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਰੱਬਾ ਇਹਨਾਂ ਨੂੰ ਵੀ ਦਰਸ਼ਨ ਦਿਓ। ਅਤੇ ਭਗਤ ਪਰਮਾਤਮਾ ਨੇ ਭਗਤ ਨਾਮਦੇਵ ਜੀ ਨੂੰ ਕਿਹਾ ਵੀ ਇਕੱਲੇ ਕਰਮਾਂ ਦੇ ਨਾਲ, ਪੁੰਨ ਕਰਮਾਂ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਜੇ ਹੁੰਦੀ, ਪ੍ਰੇਮ ਭਗਤੀ ਦੇ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਜਦੋਂ ਭਗਤ ਨਾਮਦੇਵ ਜੀ ਨੇ ਰੱਬ ਪਾਸੋਂ ਸੁਣਿਆ, ਭਗਤ ਨਾਮਦੇਵ ਜੀ ਨੇ ਤਿਰਲੋਚਨ ਜੀ ਨੂੰ ਕਿਹਾ ਕਿ ਤਿਰਲੋਚਨ ਜੀ, ਰੱਬ ਜੀ ਕਹਿੰਦੇ ਨੇ ਕਿ ਦਰਸ਼ਨ ਤਾਂ ਹੋਣਗੇ ਪਰ ਪ੍ਰੇਮਾ ਭਗਤੀ ਨਾਮ ਜਪਣਾ ਪਵੇਗਾ। ਇਕੱਲੇ ਪੁੰਨ ਕਰਨ ਨਾਲ, ਕਰਮ ਕਰਨ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ, ਭਗਤੀ ਅਤੇ ਗਿਆਨ ਸਹਿਤ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਜਾਣ ਕਰਕੇ ਸਾਧ ਸੰਗਤ ਜੀ ਭਗਤ ਤਿਰਲੋਚਨ ਜੀ ਨੇ ਭਗਤ ਨਾਮਦੇਵ ਜੀ ਪਾਸੋਂ ਗਿਆਨ ਲਿਆ ਅਤੇ ਫਿਰ ਘਰ ਨੂੰ ਗਏ ਨੇ। ਘਰ ਦੇ ਵਿੱਚ ਇਸ ਤਰ੍ਹਾਂ ਗੱਲ ਹੋਈ ਕਿ ਭਗਤ ਤਿਰਲੋਚਨ ਜੀ ਦੀ ਜਿਹੜੀ ਘਰ ਵਾਲੀ ਸੀ, ਇਹਦੇ ਮਨ ਵਿੱਚ ਸੀ ਵੀ ਬਾਹਰੋਂ ਕਾਫੀ ਸਾਰੇ ਸੰਤ ਆਉਂਦੇ ਨੇ, ਭਗਤ ਆਉਂਦੇ ਨੇ, ਮੈਂ ਪ੍ਰਸ਼ਾਦਾ ਬਣਾਉਂਦਿਆਂ ਅਤੇ ਛਕਾਉਂਦਿਆਂ ਥੱਕ ਜਾਂਦੀ ਹਾਂ, ਜੇ ਕੋਈ ਨੌਕਰ ਮਿਲ ਜਾਵੇ ਤਾਂ ਫਿਰ ਬਹੁਤ ਚੰਗੀ ਗੱਲ ਹੋਵੇ। ਇਸ ਤਰ੍ਹਾਂ ਆਪਣੇ ਪਤੀ ਨੂੰ ਆਪਣੀ ਵਿਥਿਆ ਦੱਸੀ ਕਿ ਘਰ ਵਿੱਚ ਨੌਕਰ ਲਿਆਓ, ਜਿਹਦੇ ਕਰਕੇ ਸੇਵਾ ਕਰਨੀ, ਟਹਿਲ ਪਾਣੀ ਕਰਨੀ ਸੌਖੀ ਹੋਵੇਗੀ। ਭਗਤ ਤਿਰਲੋਚਨ ਜੀ ਨੇ ਵੇਖਿਆ ਅਤੇ ਸਾਧ ਸੰਗਤ ਜੀ ਇੱਕ ਮਨੁੱਖ ਮਿਲਿਆ ਜਿਹਦਾ ਨਾਮ ਅੰਤਰਜਾਮੀ ਹੈ। ਉਹ ਅੰਤਰਜਾਮੀ ਆਪ ਹੀ ਆਣ ਕਰਕੇ ਕਹਿਣ ਲੱਗਾ ਕਿ ਭਗਤ ਜੀ, ਮੈਂ ਤਾਂ ਨੌਕਰ ਹਾਂ, ਨੌਕਰੀ ਕਰਾਂਗਾ, ਪਰ ਆਪ ਜੀ ਪਾਸੋਂ ਕਿਸੇ ਤਰ੍ਹਾਂ ਦਾ ਕੋਈ ਧਨ ਪਦਾਰਥ ਨਹੀਂ ਲਵਾਂਗਾ। ਜੋ ਵੀ ਕੁਝ ਆਪ ਜੀ ਦਓਗੇ, ਜਿੰਨਾ ਦਓਗੇ ਉਨਾ ਹੀ ਮੈਂ ਛਕ ਲਵਾਂਗਾ, ਨਾ ਵੱਧ ਨਾ ਘੱਟ। ਇਸ ਤਰ੍ਹਾਂ ਸਾਧ ਸੰਗਤ ਜੀ ਇੰਨੀ ਕੁ ਗੱਲ 'ਤੇ ਭਗਤ ਤਿਰਲੋਚਨ ਜੀ ਨੇ ਕਿਹਾ, ਠੀਕ ਹੈ ਭਾਈ, ਕੱਲ੍ਹ ਤੋਂ ਕੰਮ 'ਤੇ ਆ ਜਾਵੀਂ। ਉਦੋਂ ਫਿਰ ਅੰਤਰਜਾਮੀ ਨੂੰ ਸਾਧ ਸੰਗਤ ਜੀ ਭਗਤ ਤਿਰਲੋਚਨ ਜੀ ਨੇ ਘਰ ਦੇ ਵਿੱਚ ਨੌਕਰ ਰੱਖ ਲਿਆ। ਹੁਣ ਕੀ ਹੋ ਰਿਹਾ ਹੈ, ਜਿਵੇਂ ਭਗਤ ਤਿਰਲੋਚਨ ਜੀ ਦੀ ਘਰ ਵਾਲੀ ਜਿੰਨਾ ਕੁ ਪ੍ਰਸ਼ਾਦਾ ਦਿੰਦੀ ਹੈ, ਉਨਾ ਕੁ ਉਹ ਛਕ ਲੈਂਦਾ ਹੈ। ਜੇ 2 ਦੇਵੇ ਤਾਂ 2 ਛਕ ਲੈਂਦਾ ਹੈ, ਜੇ 4 ਦੇਵੇ ਤਾਂ 4 ਛਕ ਲੈਂਦਾ ਹੈ। ਬਾਕੀ ਸਾਰੇ ਘਰ ਦੇ ਸਾਰੇ ਕੰਮ ਕਰਦਾ ਹੈ ਅਤੇ ਸਾਰੇ ਕੰਮ ਬੜੇ ਛੇਤੀ ਸਮਾਪਤ ਵੀ ਕਰ ਦਿੰਦਾ ਹੈ। ਅਤੇ ਕੰਮ ਤੋਂ ਬੜਾ ਖੁਸ਼ ਭਗਤ ਤਿਰਲੋਚਨ ਜੀ ਵੀ ਬੜੇ ਖੁਸ਼ ਸਨ, ਅਤੇ ਭਗਤ ਤਿਰਲੋਚਨ ਜੀ ਦੀ ਘਰ ਵਾਲੀ ਉਹ ਵੀ ਬਹੁਤਾ ਖੁਸ਼ ਸੀ। ਅਤੇ ਇੱਕ ਦਿਨ ਕੀ ਗੱਲ ਹੋਈ, ਸਾਧ ਸੰਗਤ ਜੀ ਆਟਾ ਗੁੰਨਦਿਆਂ ਮਨ ਵਿੱਚ ਚਾਅ ਆਇਆ ਕਿ ਵੇਖਾਂ ਤਾਂ ਸਹੀ ਵੀ ਕਿੰਨਾ ਕੁ ਛਕਦਾ ਹੈ। ਉਦੋਂ ਫਿਰ ਭਗਤ ਤਿਰਲੋਚਨ ਜੀ ਦੀ ਘਰ ਵਾਲੀ ਆਪ ਪ੍ਰਸ਼ਾਦਾ ਪਕਾਉਂਦੀ ਰਹੀ ਅਤੇ ਖਵਾਉਂਦੀ ਰਹੀ, ਪ੍ਰਸ਼ਾਦਾ ਪਕਾਉਂਦੀ ਰਹੀ ਅਤੇ ਖਵਾਉਂਦੀ ਰਹੀ, ਅਤੇ ਸਾਰਾ ਆਟਾ ਮੁੱਕ ਗਿਆ। ਪਰ ਸਾਧ ਸੰਗਤ ਜੀ ਹਲੇ ਅੰਤਰਜਾਮੀ ਨੌਕਰ ਨੇ ਇਹ ਨਹੀਂ ਕਿਹਾ ਕਿ ਬਸ ਮੈਂ ਰੱਜ ਗਿਆ। ਅਤੇ ਸਾਧ ਸੰਗਤ ਜੀ ਨੌਕਰੀ ਕਰਨ ਤੋਂ ਪਹਿਲਾਂ ਇਹ ਵੀ ਬਚਨ ਕੀਤਾ ਸੀ ਵੀ ਜੇ ਮੇਰੀ ਨਿੰਦਿਆ ਕੀਤੀ ਜਾਂ ਇੱਧਰ ਉੱਧਰ ਮੇਰੇ ਬਾਰੇ ਕੋਈ ਗੱਲ ਕੀਤੀ ਤਾਂ ਇੱਥੋਂ ਮੈਂ ਛੱਡ ਕੇ ਚਲਿਆ ਜਾਵਾਂਗਾ। ਉਦੋਂ ਫਿਰ ਭਗਤ ਤਿਰਲੋਚਨ ਜੀ ਦੀ ਘਰ ਵਾਲੀ ਨੇ ਸਾਧ ਸੰਗਤ ਜੀ ਮਨ 'ਚ ਹੁਣ ਮਾਈਆਂ ਦੀ ਗੱਲ ਰਹਿੰਦੀ ਨਹੀਂ ਗੀ, ਉਹਨੇ ਆਪਣੇ ਗਵਾਂਢ ਨੂੰ ਦੱਸ ਦਿੱਤਾ ਵੀ ਮੇਰੇ ਘਰ ਦਾ ਨੌਕਰ ਜਿਹੜਾ ਹੈ ਇਹ ਰਚਦਾ ਹੀ ਨਹੀਂ ਗਾ, ਜਿੰਨਾ ਮਰਜ਼ੀ ਖਵਾਵੇ, ਇਹਦਾ ਢਿੱਡ ਹੈ ਕਿ ਟੋਆ ਹੈ। ਇਸ ਤਰ੍ਹਾਂ ਦੀ ਜਦੋਂ ਗੱਲ ਕਹੀ, ਅੰਤਰਜਾਮੀ ਉੱਥੋਂ ਸਾਧ ਸੰਗਤ ਜੀ ਘਰ ਤੋਂ ਚਲੇ ਗਏ। ਉਦੋਂ ਫਿਰ ਬਾਅਦ ਵਿੱਚ ਪਤਾ ਲੱਗਾ ਕਿ ਅਕਾਲ ਪੁਰਖ ਵਾਹਿਗੁਰੂ ਖੁਦ ਆਣ ਕਰਕੇ ਨੌਕਰੀ ਕਰਦੇ ਸਨ। ਭਗਤ ਤਿਰਲੋਚਨ ਜੀ ਦੇ ਘਰ ਦੇ ਵਿੱਚ ਸਾਧੂਆਂ ਮਹਾਂਪੁਰਖਾਂ ਨੂੰ ਭੋਜਨ ਛਕਾਇਆ ਕਰਦੇ ਸਨ। ਉਹਦੇ ਪਰਥਾਏ ਭਗਤ ਤਿਰਲੋਚਨ ਜੀ ਨੇ ਇੱਕ ਸ਼ਬਦ ਵੀ ਉਚਾਰਨ ਕੀਤਾ, ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਭਾਵੇਂ ਸਾਡੇ ਦੁੱਖ ਅਤੇ ਸੁੱਖ, ਚੰਗੇ ਅਤੇ ਮਾੜੇ ਕਰਮ ਜਿਹੜੇ ਨੇ
ਉਹਦਾ ਹੀ ਸਾਨੂੰ ਸਾਧ ਸੰਗਤ ਜੀ ਦੁੱਖ ਅਤੇ ਸੁੱਖ ਭੋਗਣਾ ਪੈਂਦਾ ਹੈ। ਪਰਮਾਤਮਾ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਕਿ ਪਰਮਾਤਮਾ ਨੇ ਆਹ ਕਿਉਂ ਕਰ ਦਿੱਤਾ, ਪਰਮਾਤਮਾ ਨੂੰ ਉਲਾਂਭਾ ਨਹੀਂ ਦੇਣਾ ਚਾਹੀਦਾ। ਇਸ ਤਰ੍ਹਾਂ ਭਗਤ ਤ੍ਰਿਲੋਚਨ ਜੀ ਨੇ ਆਪਣੇ ਘਰ ਵਾਲੇ ਨੂੰ ਸਮਝਾਉਂਦਿਆਂ ਹੋਇਆਂ ਸ਼ਬਦ ਉਚਾਰਨ ਕੀਤਾ ਸੀ। ਇਸ ਤਰ੍ਹਾਂ ਭਗਤ ਤ੍ਰਿਲੋਚਨ ਜੀ ਨੂੰ ਅੰਤਰਜਾਮੀ ਦੇ ਦਰਸ਼ਨ ਹੋਏ ਸਨ। ਬੇਣੀ ਕਉ ਗੁਰ ਕੀਓ ਪ੍ਰਗਾਸ। ਭਗਤ ਬੇਣੀ ਜੀ ਹਰ ਵੇਲੇ ਸਾਧ ਸੰਗਤ ਜੀ ਗੰਗਾ ਦੇ ਕਿਨਾਰੇ ਬੈਠ ਕਰਕੇ ਪਰਮਾਤਮਾ ਦਾ ਸਿਮਰਨ ਕਰਿਆ ਕਰਦੇ ਸਨ। ਵੇਖੋ ਇੱਕ ਬੜੀ ਅਨੋਖੀ ਗੱਲ ਹੈ ਕਿ ਹਰਮੰਦਰ ਤਕਰੀਬਨ ਜਿੰਨੇ ਵੀ ਗੁਰੂ ਘਰ ਨੇ ਨਾਲ ਦੇ ਨਾਲ ਸਰੋਵਰ ਜ਼ਰੂਰ ਬਣਾਇਆ ਹੈ। ਦਿੱਲੀ ਦੇ ਵਿੱਚ ਸ਼ੀਸ਼ਗੰਜ ਬੰਗਲਾ ਸਾਹਿਬ, ਉੱਥੇ ਵੀ ਸਾਧ ਸੰਗਤ ਜੀ ਸਰੋਵਰ ਬਣਿਆ ਹੋਇਆ ਹੈ। ਤਰਨ ਤਾਰਨ ਸਾਹਿਬ ਵੇਖ ਲਓ, ਮੁਕਤਸਰ ਸਾਹਿਬ ਵੇਖ ਲਓ, ਕਈ ਥਾਵਾਂ 'ਤੇ ਵੱਡੇ ਵੱਡੇ ਗੁਰੂ ਅਸਥਾਨਾਂ 'ਤੇ, ਗੁਰੂ ਇਤਿਹਾਸਿਕ ਅਸਥਾਨਾਂ 'ਤੇ ਸਰੋਵਰ ਬਣਿਆ ਹੋਇਆ ਹੈ। ਇਹ ਸਾਧ ਸੰਗਤ ਜੀ ਭਜਨ ਬੰਦਗੀ ਦਾ ਅਤੇ ਜਲ ਦਾ ਆਪਸ ਵਿੱਚ ਬੜਾ ਹੀ ਗੂੜਾ ਸੰਬੰਧ ਹੈ। ਜਿੰਨੇ ਵੀ ਭਗਤ ਹੋਏ ਨੇ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਤ੍ਰਿਲੋਚਨ ਜੀ, ਭਗਤ ਬੇਣੀ ਜੀ, ਭੀਖਨ ਜੀ, ਇਹਨਾਂ ਨੇ ਜਦੋਂ ਭਗਤੀ ਕੀਤੀ ਹੈ, ਵਿਦਵਾਨਾਂ ਨੇ ਜ਼ਰੂਰ ਕਿਸੇ ਨਾ ਕਿਸੇ ਨਦੀ ਦਾ ਜ਼ਿਕਰ ਜ਼ਰੂਰ ਕੀਤਾ ਹੈ ਕਿ ਇਸ ਨਦੀ ਦੇ ਕਿਨਾਰੇ ਬੈਠ ਕਰਕੇ ਭਜਨ ਬੰਦਗੀ ਕਰਦੇ ਸਨ। ਅੱਜ ਵੀ ਸਾਧ ਸੰਗਤ ਜੀ ਆਪਾਂ ਵੇਖਣ ਨੂੰ ਮਿਲਦਾ ਹੈ, ਜਿਹੜੇ ਅਣਜਾਣ ਭਗਤ ਹੁੰਦੇ ਨੇ, ਜਿਨ੍ਹਾਂ ਨੂੰ ਬਹੁਤਾ ਗੁਪਤ ਰਹਿਣ ਦੀ ਆਦਤ ਹੈ, ਬਹੁਤਾ ਮੀਡੀਆ ਦੇ ਵਿੱਚ ਜਾਂ ਆਪਣੇ ਆਪ ਦਾ ਐਡਵਰਟਾਈਜ਼ਮੈਂਟ ਕਰਾਉਣ ਦੀ ਇੱਛਾ ਨਹੀਂ ਹੁੰਦੀ। ਅੱਜ ਵੀ ਹਰਿਦੁਆਰ ਦੇ ਸਾਧ ਸੰਗਤ ਹਰਿਦੁਆਰ ਵਿੱਚ ਇਕਾਂਸ਼ੀ ਵਿੱਚ ਗੰਗਾ ਦੇ ਕਿਨਾਰੇ ਕਈ ਸਾਧੂ ਸੰਤ ਜਿਹੜੇ ਨੇ ਬੈਠ ਕਰਕੇ ਭਗਤੀ ਕਰਦੇ ਨੇ, ਰੱਬ ਦੀ ਬੰਦਗੀ ਕਰਦੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪਾਉਂਟਾ ਸਾਹਿਬ ਵਿਖੇ ਸਾਧ ਸੰਗਤ ਜਮਨਾ ਦੇ ਕਿਨਾਰੇ ਬਹੁਤ ਸਾਰੀ ਬਾਣੀ ਦਾ ਉਚਾਰਨ ਕੀਤਾ। ਸੇ ਦਸਮ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ। ਚੌਪਈ ਸਾਹਿਬ ਦੀ ਰਚਨਾ ਸਤਲੁਜ ਦੇ ਕੰਢੇ 'ਤੇ ਜਿੱਥੇ ਗੁਰਦੁਆਰਾ ਬਿਭੌਰ ਸਾਹਿਬ ਹੈ, ਬੜਾ ਹੀ ਸੁੰਦਰ ਮਨਮੋਹਕ ਦ੍ਰਿਸ਼ ਹੈ। ਉਸ ਸਥਾਨ 'ਤੇ ਬੈਠ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਚੌਪਈ ਸਾਹਿਬ ਦਾ ਜਾਪ ਕੀਤਾ। ਨਾਲੇ 1.25 ਲੱਖ ਚੌਪਈ ਸਾਹਿਬ ਦਾ ਜਾਪ ਸੰਗਤਾਂ ਪਾਸੋਂ ਕਰਵਾਇਆ। ਉੱਥੋਂ ਦਾ ਇਤਿਹਾਸ ਹੈ। ਇਸ ਕਰਕੇ ਜਿੱਥੇ ਭਜਨ ਬੰਦਗੀ ਹੈ, ਉੱਥੇ ਸਾਧ ਸੰਗਤ ਜਲ ਦਾ, ਨਦੀ ਦਾ ਕਿਨਾਰਾ ਇਹ ਮਹਾਂਪੁਰਖਾਂ ਨੇ, ਭਗਤਾਂ ਨੇ ਲਾਜ਼ਮੀ ਕਿਹਾ ਹੈ। ਭਗਤ ਬੇਣੀ ਜੀ ਵੀ ਗੰਗਾ ਦੇ ਕਿਨਾਰੇ ਪਰਮਾਤਮਾ ਦੇ ਸਿਮਰਨ ਦੇ ਵਿੱਚ ਲੀਨ ਰਹਿੰਦੇ ਸਨ। ਅਤੇ ਕਦੀ ਕਦੀ ਸਾਧ ਸੰਗਤ ਜੀ ਸਿਮਰਨ ਵਿੱਚ ਬਹੁਤਾ ਹੀ ਹਿਰਦਾ ਜਿਹੜਾ ਹੈ ਉਹ ਸਾਧ ਸੰਗਤ ਜੀ ਇਕਾਗਰ ਹੋ ਜਾਂਦਾ ਸੀ। ਅਤੇ ਇਸ ਤਰ੍ਹਾਂ ਇੱਕ ਵਾਰੀ ਕੀ ਹੋਇਆ, ਘਰ ਦੇ ਵਿੱਚ ਗਰੀਬੀ ਬਹੁਤ ਸੀ। ਵੇਖੋ ਜਿੰਨੇ ਵੀ ਭਗਤ ਹੋਏ ਨੇ ਬਹੁਤਾਤ ਦੇ ਵਿੱਚ ਮੋਸਟਲੀ ਜਿੰਨੇ ਵੀ ਭਗਤ ਹੋਏ ਨੇ ਗਰੀਬ ਹੋਏ ਨੇ। ਗਰੀਬੀ ਕਰਕੇ ਸਾਧ ਸੰਗਤ ਜੀ ਘਰ ਦਾ ਗੁਜ਼ਾਰਾ ਨਹੀਂ ਸੀ ਚੱਲਦਾ। ਜਦੋਂ ਵੀ ਭਗਤੀ ਕਰਕੇ ਆਉਣਾ ਤੇ ਘਰ ਵਾਲੀ ਪੁੱਛਦੀ ਸੀ ਵੀ ਕਮਾਈ ਕੀ ਖੱਟ ਕਰਕੇ ਲੈ ਆਏ ਹੋ, ਬੱਚੇ ਨੇ, ਘਰ ਪਰਿਵਾਰ ਹੈ, ਕਿਵੇਂ ਚੱਲੇਗਾ। ਤੇ ਭਗਤ ਬੇਣੀ ਜੀ ਕਿਹਾ ਕਰਦੇ ਸਨ ਵੀ ਰਾਜਾ ਕੋਲ ਜਾਣਾ ਆ, ਕਥਾ ਕਰਦੇ ਆ, ਤੇ ਜਦੋਂ ਕਥਾ ਦੀ ਸਮਾਪਤੀ ਹੋਵੇਗੀ, ਭੋਗ ਪਵੇਗਾ, ਉਹ ਜੋ ਰਾਜਾ ਦਕਸ਼ਣਾ ਜਿਹੜੀ ਹੈ, ਭੇਟਾ ਜਿਹੜੀ ਦੇ ਦੇਵੇਗਾ। ਇਸ ਤਰ੍ਹਾਂ ਕਹਿ ਕਰਕੇ ਟਾਲ ਮਟੋਲ ਕਰਨਾ। ਤੇ ਸਾਧ ਸੰਗਤ ਜੀ ਇੱਕ ਦਿਨ ਕੀ ਹੋਇਆ, ਇੱਕ ਦਿਨ ਬਹੁਤਾ ਘਰ ਵਾਲੇ ਨੇ ਖਿੱਚ ਕੇ ਕਿਹਾ ਵੀ ਪਤਾ ਨਹੀਂ ਕਦੋਂ ਤੁਹਾਡੀ ਕਥਾ ਦਾ ਭੋਗ ਪਵੇਗਾ ਅਤੇ ਕਦੋਂ ਰਾਜਾ ਤੁਹਾਨੂੰ ਸਾਧ ਸੰਗਤ ਜੀ ਧਨ ਪਦਾਰਥ ਦੇਵੇਗਾ ਅਤੇ ਕਦੋਂ ਸਾਡਾ ਘਰ ਸੌਖਾ ਹੋਵੇਗਾ, ਸੌਖਾ ਚੱਲੇਗਾ। ਜਦੋਂ ਇਸ ਤਰ੍ਹਾਂ ਖਿੱਚ ਕਰਕੇ ਗੁੱਸੇ ਦੇ ਨਾਲ ਬਚਨ ਕੀਤੇ, ਉਦੋਂ ਫਿਰ ਭਗਤ ਬੇਣੀ ਜੀ ਦਾ ਹਿਰਦਾ ਵੀ ਥੋੜ੍ਹਾ ਜਿਹਾ ਉਦਾਸ ਹੋਇਆ, ਉਪਰਾਮ ਹੋਇਆ। ਗਏ ਨੇ ਗੰਗਾ ਦੇ ਕਿਨਾਰੇ, ਇਹੋ ਜਿਹੀ ਰੰਗਤ ਚੜ੍ਹੀ ਹੈ, ਇਸ ਤਰ੍ਹਾਂ ਦਾ ਆਨੰਦ ਆਇਆ। ਵੇਖੋ ਦੁੱਖ ਦੇ ਵਿੱਚ ਸਗੋਂ ਰੱਬ ਪਾਸੋਂ ਮਨ ਟੁੱਟਣਾ ਚਾਹੀਦਾ ਸੀ। ਆਮ ਸੰਸਾਰੀ ਬੰਦੇ ਦਾ ਹਿਰਦਾ ਟੁੱਟਦਾ ਹੈ, ਨਿਸ਼ਰਦਕ ਬਣਦਾ ਹੈ ਵੀ ਲੈ ਇੰਨੀ ਮੈਂ ਭਗਤੀ ਕਰਦਾ, ਇੰਨੀ ਬਾਣੀ ਪੜ੍ਹਦਾ, ਇੰਨਾ ਸਿਮਰਨ ਕਰਦਾ, ਇੰਨੀ ਸੰਗਤ ਕਰਦਾ, ਫਿਰ ਵੀ ਮੇਰੇ 'ਤੇ ਇੰਨੇ ਦੁੱਖ ਨੇ, ਰੋਟੀ ਖਾਣ ਤੋਂ ਵੀ ਆਪਾਂ ਗਏ ਹੋਏ ਹਾਂ। ਇਸ ਤਰ੍ਹਾਂ ਸਾਧ ਸੰਗਤ ਜੀ ਸ਼ਰਧਾ ਟੁੱਟਦੀ ਹੈ। ਪਰ ਜਿਨ੍ਹਾਂ ਦੇ ਹਿਰਦੇ 'ਚ ਦ੍ਰਿੜ ਸ਼ਰਧਾ, ਦ੍ਰਿੜ ਵਿਸ਼ਵਾਸ, ਦ੍ਰਿੜ ਭਰੋਸਾ ਹੁੰਦਾ ਹੈ, ਉਹਨਾਂ ਨੂੰ ਦੁੱਖ ਡੁਲਾਇਮਾਨ ਨਹੀਂ ਕਰਦੇ। ਉਹਨਾਂ ਦਾ ਹਿਰਦਾ ਅਚਲ ਸਾਧ ਸੰਗਤ ਜੀ
ਸੁਮੇਰ ਪਰਬਤ ਦੇ ਸਮਾਨ ਗੁਰੂ ਸਾਹਿਬ ਦੇ ਪਰਮਾਤਮਾ 'ਤੇ ਸ਼ਰਧਾ ਵਿਸ਼ਵਾਸ ਰੱਖਦਾ ਹੈ। ਭਗਤ ਬੇਨੀ ਜੀ ਦੀ ਸ਼ਰਧਾ ਐ ਅਚਲ ਸੀ ਅਤੇ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਗਏ ਸਨ। ਇੱਕਦਮ ਇੰਨਾ ਧਿਆਨ ਕਦੀ ਨਹੀਂ ਲੱਗਾ ਜਿੰਨਾ ਉਸ ਦਿਨ ਧਿਆਨ ਵਿੱਚ ਜੁੜ ਗਏ। ਅਤੇ ਉਦੋਂ ਫਿਰ ਸਾਧ ਸੰਗਤ ਜੀ ਅਚਨਚੇਤ ਹੀ ਪਰਮਾਤਮਾ ਨੇ ਉਸੇ ਸ਼ਹਿਰ ਦਾ ਜਿਹੜਾ ਰਾਜਾ ਸੀ ਉਹਦਾ ਰੂਪ ਧਾਰ ਕਰਕੇ ਭਗਤ ਬੇਨੀ ਜੀ ਦੇ ਘਰ ਦੇ ਵਿੱਚ ਧਨ ਪਦਾਰਥ ਆਪ ਦੇ ਕਰਕੇ ਆਏ ਨੇ। ਇਸ ਤਰ੍ਹਾਂ ਭਗਤ ਬੇਨੀ ਜੀ ਦਾ ਨਿਹਾਲ ਕੀਤਾ। ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਭਗਤ ਬੇਨੀ ਜੀ ਦੀ ਲਾਜ ਰੱਖੀ, ਹਿਰਦੇ ਵਿੱਚ ਪ੍ਰਕਾਸ਼ ਕੀਤਾ, ਬ੍ਰਹਮ ਗਿਆਨ ਦੀ ਦਾਤ ਦਿੱਤੀ। ਰੇ ਮਨ ਤੂੰ ਭੀ ਹੋਏ ਦਾਸ। ਹੇ ਮੇਰੇ ਪਿਆਰੇ ਮਨਾ, ਆਪਣੇ ਮਨ ਨੂੰ ਸੰਬੋਧਨ ਕਰਦੇ ਨੇ, ਸੰਬੋਧਕ ਵਾਚਨ ਸ਼ਬਦ ਨੇ। ਹੇ ਮੇਰੇ ਪਿਆਰੇ ਮਨਾ, ਤੂੰ ਭੀ ਹੋਏ ਦਾਸ। ਦਾਸਰਿਆਂ ਦਾ ਦਾਸਤ ਭਾਵ ਹੋ ਕਰਕੇ ਪਰਮਾਤਮਾ ਦੀ ਬੰਦਗੀ ਕਰਨਾ ਕਰ। ਜੈ ਦੇਵ ਤਿਆਗਿਓ ਅਹੰ ਮੇਵ। ਭਗਤ ਜੈਦੇਵ ਜੀ ਨੇ ਹੰਕਾਰ ਨੂੰ ਤਿਆਗਿਆ ਹੈ। ਹੰਕਾਰ ਨੂੰ ਤਿਆਗ ਕਰਕੇ ਭਗਤ ਜੈਦੇਵ ਜੀ ਜਿਹੜੇ ਸਾਧ ਸੰਗਤ ਜੀ ਬ੍ਰਾਹਮਣ ਜਾਤੀ ਦੇ ਸਨ, ਭਗਤ ਜੈਦੇਵ ਜੀ ਬਹੁਤ ਬੰਦਗੀ ਕਰਨ ਵਾਲੇ ਸਨ। ਇਹਨਾਂ ਦੀ ਘਰਵਾਲੀ ਦਾ ਨਾਮ ਪਦਮਾਵਤੀ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ। ਭਗਤ ਜੈਦੇਵ ਜੀ ਦੀ ਸਾਧ ਸੰਗਤ ਜੀ ਸ੍ਰੇਸ਼ਟ ਰਚਨਾ ਗੀਤ ਗੋਬਿੰਦ ਉਹਨਾਂ ਨੇ ਆਪ ਰਚਨਾ ਕੀਤੀ ਹੈ। ਭਗਤ ਜੈਦੇਵ ਜੀ ਗੰਗਾ ਦੇ ਕਿਨਾਰੇ, ਬੰਗਾਲ ਦੇਸ਼ ਦੇ ਹੋਏ ਨੇ। ਗੰਗਾ ਦੇ ਕਿਨਾਰੇ ਇਸ ਤਰ੍ਹਾਂ ਖਲੋ ਕਰਕੇ ਸਾਧ ਸੰਗਤ ਜੀ ਕ੍ਰਿਸ਼ਨ ਦੀ ਭਗਤੀ ਕਰਿਆ ਕਰਦੇ ਸਨ। ਅਤੇ ਇੱਕ ਵਾਰੀ ਦੀ ਗੱਲ ਹੈ, ਗੋਬਿੰਦ ਗੀਤਾ ਰਚਨਾ ਜਿਹੜੀ ਹੈ ਆਪਣੇ ਆਪ ਹੀ ਇਹਨਾਂ ਦੇ ਕੰਠੋਂ ਸਾਧ ਸੰਗਤ ਜੀ ਇਸ ਤਰ੍ਹਾਂ ਪਰਮਾਤਮਾ ਦੀ ਖੇਡ ਰਚੀ ਗਈ ਕਿ ਸਾਹਮਣੇ ਕ੍ਰਿਸ਼ਨ ਦੇ ਦਰਸ਼ਨ ਹੋਣ, ਰਾਧਾ ਜੀ ਦੇ ਦਰਸ਼ਨ ਹੋਣ, ਅਤੇ ਆਪਣੇ ਆਪ ਹੀ ਮੁਖ 'ਚੋਂ ਉਹਨਾਂ ਦੀ ਵਡਿਆਈ ਦੇ ਗੀਤ ਜਿਹੜੇ ਨੇ ਉਹ ਭਗਤ ਜੈਦੇਵ ਜੀ ਦੇ ਮੁਖੋਂ ਉਚਾਰਨ ਹੋਣ ਲੱਗ ਪਏ। ਇੱਕ ਦਿਨ ਦੀ ਗੱਲ ਹੈ, ਰੋਜ਼ ਹੀ ਗੀਤ ਗੋਬਿੰਦ ਦੇ ਛੰਦ ਜਿਹੜੇ ਨੇ ਲਿਖਿਆ ਕਰਦੇ ਸਨ। 4 ਚਰਨ ਹੁੰਦੇ ਸਨ ਅਤੇ ਸਾਧ ਸੰਗਤ ਜੀ 3 ਪਦੇ ਹੋ ਗਏ। ਚੌਥਾ ਪਦਾ ਜਿਹੜਾ ਸੀ ਨਾ, ਚੌਥੀ ਪੰਕਤੀ, ਉਹ ਨਾ ਫੁਰੇ, ਉਹ ਦਿਮਾਗ ਵਿੱਚ ਬਣੇ ਨਾ। ਅਤੇ ਉਦੋਂ ਫਿਰ ਬਹੁਤਾ ਆਤੁਰ ਹੋ ਕਰਕੇ ਵੀ ਮਨ ਵਿੱਚ ਸ਼ੰਕਾ ਕੀਤਾ ਵੀ ਇਹ ਚੌਥਾ ਪਦਾ, ਚੌਥਾ ਚਰਨ ਜਿਹੜਾ ਹੈ ਇਹ ਨਹੀਂ ਬਣ ਰਿਹਾ। ਵੀ ਫਿਰ ਆਪਣੀ ਘਰਵਾਲੀ ਨੂੰ ਕਿਹਾ 3 ਪਦੇ ਤਾਂ 3 ਚਰਨ ਤਾਂ ਬਣ ਗਏ ਨੇ, ਚੌਥਾ ਪਦਾ ਹਾਲੇ ਬਣਿਆ ਨਹੀਂ, ਹਾਲੇ ਛੰਦ ਪੂਰਾ ਨਹੀਂ ਹੋਇਆ। ਅਤੇ ਪਦਮਾਵਤੀ ਨੇ ਕਿਹਾ ਵੀ ਭਗਵੰਤ ਜੀ ਇਸ ਤਰ੍ਹਾਂ ਕਰੋ, ਆਪ ਵੀ ਇਸ਼ਨਾਨ ਕਰ ਲਓ, ਪ੍ਰਸ਼ਾਦਾ ਦਿਖ ਛਕ ਲਓ, ਉਸ ਤੋਂ ਬਾਅਦ ਫਿਰ ਬਣਾ ਲਓ। ਕੀ ਪਤਾ ਪਰਮਾਤਮਾ ਦੀ ਕਿਰਪਾ ਹੋਵੇਗੀ, ਕੋਈ ਨਾ ਕੋਈ ਪੰਕਤੀ ਜਿਹੜੀ ਹੈ ਮਨ ਵਿੱਚ ਫੁਰ ਆਵੇਗੀ। ਆਪਣੀ ਘਰਵਾਲੀ ਦੀ ਸਾਧ ਸੰਗਤ ਜੀ ਗੱਲ ਨੂੰ ਮੰਨ ਕਰਕੇ ਭਗਤ ਜੈਦੇਵ ਜੀ ਇਸ਼ਨਾਨ ਕਰਨ ਚਲ ਗਏ। ਇੱਧਰ ਸਾਧ ਸੰਗਤ ਜੀ ਪਰਮਾਤਮਾ ਭਗਤ ਜੈਦੇਵ ਜੀ ਦਾ ਰੂਪ ਧਾਰ ਕਰਕੇ ਪਦਮਾਵਤੀ ਕੋਲ ਆਏ ਅਤੇ ਸਾਧ ਸੰਗਤ ਜੀ ਕਿਹਾ ਵੀ ਇਸ਼ਨਾਨ ਤਾਂ ਮੈਂ ਬਾਅਦ ਕਰ ਲਵਾਂਗਾ, ਤੂੰ ਲਿਆ ਮੈਨੂੰ ਭੋਜਨ ਛਕਾ। ਕਹਿੰਦੇ ਠਹਿਰ ਜਾ ਹੁਣੇ ਇੱਕ ਚੌਥਾ ਪਦਾ ਦਿਮਾਗ ਵਿੱਚ ਆਇਆ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਉਸ ਗ੍ਰੰਥ ਦੇ ਵਿੱਚ ਚੌਥਾ ਪਦਾ ਆਪ ਲਿਖ ਕਰਕੇ ਭੋਜਨ ਕਰਕੇ ਤੇ ਚਲੇ ਗਏ। ਅਤੇ ਪਦਮਾਵਤੀ ਦਾ ਨਿਯਮ ਸੀ, ਉਹ ਆਪਣੇ ਪਤੀ ਦੇ ਜੂਠੇ ਪੱਤਲ ਦੇ ਵਿੱਚ, ਜੂਠੇ ਭਾਂਡੇ ਵਿੱਚ ਭੋਜਨ ਛਕਿਆ ਕਰਦੀ ਸੀ। ਇੰਨੀ ਸਤੀਵਰਤਾ ਔਰਤ ਸੀ। ਉਦੋਂ ਸਾਧ ਸੰਗਤ ਜੀ ਬੁਰਕੀ ਜਿਹੜੀ ਮੁਖ ਵਿੱਚ ਪਾਉਣ ਲੱਗੀ, ਉੱਧਰੋਂ ਭਗਤ ਜੈਦੇਵ ਜੀ ਇਸ਼ਨਾਨ ਕਰਕੇ ਆਏ। ਭਗਤ ਜੈਦੇਵ ਜੀ ਇਸ਼ਨਾਨ ਕਰਕੇ ਆਏ ਅਤੇ ਕਹਿਣ ਲੱਗੇ ਵੀ ਹਾਲੇ ਤਾਂ ਮੈਂ ਭੋਜਨ ਨਹੀਂ ਕੀਤਾ, ਤੂੰ ਕਿਵੇਂ ਭੋਜਨ ਕਰਨ ਲੱਗ ਪਈ ਹੈ। ਉਦੋਂ ਫਿਰ ਬੜੀ ਹੈਰਾਨ ਹੋਈ ਅਤੇ ਭੋਜਨ ਦੀ ਬੁਰਕੀ ਜਿਹੜੀ ਹੈ ਉਹ ਸਾਧ ਸੰਗਤ ਜੀ ਹੱਥ ਵਿੱਚ ਹੀ ਰਹਿ ਗਈ। ਹੈਰਾਨ ਹੋ ਕੇ ਕਹਿਣ ਲੱਗੀ ਵੀ ਹੁਣੇ ਤਾਂ ਤੁਸੀਂ, ਮੈਂ ਤੁਹਾਨੂੰ ਭੋਜਨ ਛਕਾਇਆ ਅਤੇ ਹੁਣੇ ਤੁਸੀਂ ਚੌਥਾ ਚਰਨ ਲਿਖ। ਜੈਦੇਵ ਜੀ ਨੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਧੰਨਵਾਦ ਕੀਤਾ ਸੀ ਕਿ ਪਰਮਾਤਮਾ ਨੇ ਆਪ ਆਣ ਕਰਕੇ ਚੌਥਾ ਚਰਨ ਜਿਹੜਾ ਹੈ ਭਗਤ ਜੈਦੇਵ ਜੀ ਦਾ ਲਿਖਣਾ ਕੀਤਾ।
ਉਸ ਰਚਨਾ ਨੂੰ ਗੀਤ ਗੋਬਿੰਦ ਵੀ ਕਿਹਾ ਜਾਂਦਾ ਹੈ। ਸੰਸਕ੍ਰਿਤ ਦੇ ਬੜੇ ਵੱਡੇ ਵਿਦਵਾਨ ਹੋਏ ਨੇ ਭਗਤ ਜੈਦੇਵ ਜੀ। ਇਸ ਤਰ੍ਹਾਂ ਭਗਤ ਜੈਦੇਵ ਜੀ ਨੇ ਆਪਣਾ ਹੰਕਾਰ ਤਿਆਗ ਕਰਕੇ ਪਰਮਾਤਮਾ ਦੀ ਪ੍ਰਾਪਤੀ ਕੀਤੀ। ਨਾਈ ਉਦਰਿਓ ਸੈਨ ਸੇਵ। ਇਸ ਤਰ੍ਹਾਂ ਭਗਤ ਸੈਣ ਜੀ ਸਾਧ ਸੰਗਤ ਜੀ ਰਾਜੇ ਦੀ ਸੇਵਾ ਕਰਿਆ ਕਰਦੇ ਸਨ। ਰਾਤ ਨੂੰ ਜਾ ਕਰਕੇ ਸੈਣ ਨਾਈ ਬੁਤਕਾਰਿਆ ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਬੁੱਤੀਆਂ ਕਰਦੇ ਸਨ, ਰਾਜੇ ਦੀ ਮਾਲਿਸ਼ ਮੁੱਠੀ ਜਾਪੀ ਕਰਿਆ ਕਰਦੇ ਸਨ। ਤੇ ਇੱਕ ਵਾਰੀ ਸਾਧ ਸੰਗਤ ਜੀ ਰੋਜ਼ ਰਾਤ ਵੇਲੇ ਰਹਿਣ ਸਭਾ ਕੀਰਤਨ ਹੋਇਆ ਕਰਦਾ ਸੀ। ਤੇ ਇੱਕ ਦਿਨ ਭਜਨ ਕੀਰਤਨ ਦੇ ਵਿੱਚ ਇੰਨਾ ਕੁ ਧਿਆਨ ਲੱਗ ਗਿਆ, ਇੰਨੀ ਕੁ ਬਿਰਤੀ ਜੁੜ ਗਈ, ਇੰਨਾ ਕੁ ਸਾਧ ਸੰਗਤ ਜੀ ਮਨ ਪਰਮਾਤਮਾ ਦੇ ਨਾਲ ਇਕਮਿਕ ਹੋ ਗਿਆ ਕਿ ਰਾਜੇ ਦੀ ਸੇਵਾ ਕਰਨੋਂ ਹੀ ਭੁੱਲ ਗਏ। ਤੇ ਸਾਧ ਸੰਗਤ ਜੀ ਸਵੇਰ ਹੋਈ ਤੇ ਰਾਜੇ ਕੋਲ ਗਏ। ਮਨ 'ਚ ਡਰ ਸੀ ਵੀ ਰਾਜਾ ਨਾਰਾਜ਼ ਹੋਵੇਗਾ, ਗੁੱਸੇ ਹੋਵੇਗਾ। ਰਾਜੇ ਕੋਲ ਗਏ ਤੇ ਰਾਜਾ ਕਹਿੰਦਾ, ਅੱਜ ਜਿਹੜੀ ਤੂੰ ਸੇਵਾ ਕੀਤੀ ਨਾ, ਅੱਜ ਜਿਹੜੇ ਤੇਰੇ ਹੱਥ ਲੱਗੇ ਮੇਰੇ ਸਰੀਰ ਨੂੰ, ਮੇਰੇ ਸਾਰੇ ਸਰੀਰ ਦਾ ਦੁੱਖ ਦੂਰ ਹੋ ਗਿਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਪਤਾ ਨਹੀਂ ਅੱਜ ਕਿਸ ਤਰ੍ਹਾਂ ਦੀ ਤੂੰ ਸੇਵਾ ਕੀਤੀ ਹੈ, ਮੇਰਾ ਸਰੀਰ ਜਿਹੜਾ ਸੀ ਉਹਦੇ ਸਾਰੇ ਦੁੱਖ ਦੂਰ ਹੋ ਗਏ ਨੇ। ਜਿਸ ਕਰ ਖੁਸ਼ ਹੋ ਕਰਕੇ ਵੇਖ ਮੈਂ ਤੈਨੂੰ ਇਹ ਸਾਧ ਸੰਗਤ ਜੀ ਮੋਤੀ ਦੀ ਮਾਲਾ ਵੀ ਜਿਹੜੀ ਤੇਰੇ ਗਲ 'ਚ ਪਾਈ ਹੈ। ਉਦੋਂ ਫਿਰ ਸੈਣ ਨਾਈ ਜੀ ਬੜੇ ਹੈਰਾਨ ਹੋਏ ਵੀ ਸਾਰੀ ਰਾਤ ਤਾਂ ਮੈਂ ਭਜਨ ਬੰਦਗੀ ਕਰਦਾ ਰਿਹਾ ਹਾਂ, ਸਿਮਰਨ ਵਿੱਚ ਰਿਹਾ ਹਾਂ, ਰਹਿਣ ਸਭਾ ਕੀਰਤਨ ਵਿੱਚ ਰਿਹਾ ਹਾਂ, ਤੇ ਰਾਜੇ ਕੋਲ ਕੌਣ ਆ ਕਰਕੇ ਸੇਵਾ ਕਰ ਗਿਆ ਹੋਵੇ ਨਾ ਪਰਮਾਤਮਾ ਨੇ ਹੀ ਮੇਰੇ ਥਾਂ 'ਤੇ ਡਿਊਟੀ ਨਿਭਾਈ ਹੈ। ਇਸ ਕਰਕੇ ਅੱਜ ਤੋਂ ਜਿਹਨੇ ਮੇਰੀ ਡਿਊਟੀ ਨਿਭਾਈ, ਅੱਜ ਤੋਂ ਸਾਰੀ ਜ਼ਿੰਦਗੀ ਮੈਂ ਉਹਦੀ ਡਿਊਟੀ ਨਿਭਾਵਾਂਗਾ। ਇਸ ਤਰ੍ਹਾਂ ਭਗਤ ਸੈਣ ਜੀ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ, ਪਰਮਾਤਮਾ ਦੀ ਬੰਦਗੀ ਕੀਤੀ। ਉਹਦੀ ਸੇਵਾ ਵਿੱਚ ਹੀ, ਪਰਮਾਤਮਾ ਦੀ ਸੇਵਾ ਵਿੱਚ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ। ਮਨ ਡੀਗ ਨਾ ਡੋਲੇ ਕਹੂੰ ਜਾਏ। ਹੇ ਮੇਰੇ ਪਿਆਰੇ ਮਨਾ, ਡੀਗਨ ਡੋਲਾ ਜਿਹੜਾ ਹੈ, ਡੱਕੋ ਲੀਲੇ ਖਾਣਾ ਜਿਹੜਾ ਹੈ, ਕਦੀ ਕਿਸੇ ਪਾਸੇ ਚਲੇ ਜਾਣਾ, ਕਦੀ ਕਿਸੇ ਪਾਸੇ ਚਲੇ ਜਾਣਾ, ਇਸ ਤਰ੍ਹਾਂ ਨਾ ਕਰਨਾ ਕਰ। ਕਹੂੰ ਜਾਏ, ਕਿਉਂ ਜਾਂਦਾ ਹੈ, ਐਵੇਂ ਡਾਵਾਂ ਡੋਲ ਕਿਉਂ ਹੁੰਦਾ ਹੈ, ਇਸ ਤਰ੍ਹਾਂ ਮਨ ਵਿੱਚ ਦੁਚਿੱਤਾਪੁਣਾ ਕਿਉਂ ਆਉਂਦਾ ਹੈ। ਮਨ ਤੂੰ ਭੀ ਤਰਸੈ ਸ਼ਰਨ ਪਾਏ। ਹੇ ਮੇਰੇ ਪਿਆਰੇ ਮਨਾ, ਆਪਣੇ ਸਤਿਗੁਰਾਂ ਦੇ ਚਰਨ ਸ਼ਰਨ ਵਿੱਚ ਜਾਣਾ ਕਰਨ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਿਹਦੇ ਕਰਕੇ ਤੂੰ ਵੀ ਤਰਸ ਹੈ, ਕਹਿੰਦੇ ਨੇ ਤਰ ਜਾਵੇਗਾ। ਜੇ ਤੂੰ ਗੁਰੂ ਦੀ ਸ਼ਰਨ ਵਿੱਚ ਆਵੇਗਾ ਤੂੰ ਵੀ ਤਰ ਜਾਵੇਗਾ। ਗੁਰੂ ਦੀ ਸ਼ਰਨ ਵਿੱਚ ਕੀ ਆਉਣਾ ਹੈ? ਜਿਹੜੇ ਨਿਤਨੇਮ ਨਹੀਂ ਕਰਦੇ ਉਹ ਨਿਤਨੇਮ ਆਰੰਭ ਕਰ ਲੈਣ, ਇਹ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ। ਜਿਹੜੇ ਸੰਗਤ ਨਹੀਂ ਕਰਦੇ ਉਹ ਰੋਜ਼ ਸੰਗਤ ਵਿੱਚ ਬੈਠਣਾ ਸ਼ੁਰੂ ਕਰ ਦੇਣ, ਇਹ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ। ਜਿਹੜੇ ਸਿਮਰਨ ਨਹੀਂ ਕਰਦੇ ਉਹ ਸਿਮਰਨ ਕਰਨਾ ਸ਼ੁਰੂ ਕਰ ਲੈਣ, ਇਹ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ। ਜਹ ਅਨੁਗ੍ਰਹ ਠਾਕੁਰ ਕੀਓ ਆਪ। ਜਿਨ੍ਹਾਂ ਜਿਨ੍ਹਾਂ ਤੇ ਠਾਕੁਰ ਪਰਮਾਤਮਾ ਨੇ ਆਪ ਅਨੁਗ੍ਰਹ ਕਹਿੰਦੇ ਨੇ ਕਿਰਪਾ ਕੀਤੀ ਹੈ, ਜਿਨ੍ਹਾਂ ਦੇ ਉੱਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ, ਉਹੀ ਸਾਧ ਸੰਗਤ ਜੀ ਸੇਵਾ ਨਾਲ ਜੁੜਦੇ ਨੇ। ਜਿਨ੍ਹਾਂ ਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ ਉਹੀ ਬੰਦਗੀ ਨਾਲ ਜੁੜਦੇ ਨੇ। ਆਪਾਂ ਐਵੇਂ ਨਾ ਮਨ 'ਚ ਮਾਣ ਕਰ ਲਈਏ ਕਿ ਇਹ ਸੇਵਾ ਮੈਂ ਕੀਤੀ ਹੈ, ਇਹ ਮੈਂ ਸੰਗਤ ਵਿੱਚ ਜਾ ਕਰਕੇ ਬੈਠਾ ਹਾਂ। ਇਹ ਪਰਮਾਤਮਾ ਨੇ ਆਪ ਕਿਰਪਾ ਕੀਤੀ ਤਾਂ ਅਸੀਂ ਆ ਕਰਕੇ ਸੰਗਤ ਵਿੱਚ ਬੈਠੇ ਹਾਂ, ਤਾਂ ਅਸੀਂ ਆ ਕਰਕੇ ਸੁਣ ਰਹੇ ਹਾਂ। ਨਹੀਂ ਤਾਂ ਇੱਥੇ ਘੜੀ ਕੱਟਣੀ ਔਖੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੁਖ 'ਚੋਂ ਵਾਹਿਗੁਰੂ ਬੋਲਣਾ ਔਖਾ। ਇਹ ਤਾਂ ਪਿਛਲੇ ਕੋਈ ਪੁੰਨ ਕੀਤੇ ਨੇ, ਪਰਮਾਤਮਾ ਦੀ ਕਿਰਪਾ ਹੋਈ ਹੈ, ਦਇਆ ਹੋਈ ਹੈ, ਰਹਿਮਤ ਹੋਈ ਹੈ, ਤਾਂ ਨਿਤਨੇਮ ਹੁੰਦਾ ਹੈ, ਤਾਂ ਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਤਾਂ ਗੁਰੂ ਦੀ ਸੇਵਾ ਪ੍ਰਾਪਤ ਹੁੰਦੀ ਹੈ, ਤਾਂ ਨਾਮ ਜਪਣ ਵਾਲਿਆਂ ਦੇ ਦਰਸ਼ਨ ਹੁੰਦੇ ਨੇ। ਐਵੇਂ ਨਹੀਂ ਹੋ ਜਾਂਦੇ, ਸੌਖਾ ਨਹੀਂ, ਖਾਲਾ ਜੀ ਦਾ ਵਾੜਾ ਨਹੀਂ, ਇਹ ਸੌਖੇ ਕੰਮ ਨਹੀਂ ਗੇ।
ਜਿਨ੍ਹਾਂ ਦੇ ਉੱਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਉਹ ਇਸ ਪਾਸੇ ਲੱਗਦੇ ਨੇ। ਨਹੀਂ ਤਾਂ ਸਾਧ ਸੰਗਤ ਜੀ ਭੂਤ ਪ੍ਰੇਤ ਕਈ ਤਰ੍ਹਾਂ ਦੇ ਸਾਧ ਸੰਗਤ ਜੀ ਪਸ਼ੂ ਜਾਨਵਰ ਬਣ ਕਰਕੇ ਬੰਦਾ ਜਿਹੜਾ ਹੈ ਤੁਰਿਆ ਫਿਰਦਾ ਹੈ, ਸੰਗਤ ਵਾਲੇ ਪਾਸੇ ਧਿਆਨ ਹੀ ਨਹੀਂ ਮਾਰਦਾ, ਝਾਕਦਾ ਵੀ ਨਹੀਂ, ਲਾਗਿਓ ਦੀ ਲੰਘ ਜਾਂਦਾ ਹੈ, ਸਗੋਂ ਨਿੰਦਿਆ ਕਰਕੇ ਜਾਂਦਾ। ਇਹ ਤਾਂ ਜੀ ਵਿਹਲੜ ਬੰਦਿਆਂ ਦਾ ਕੰਮ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਮਾੜੇ ਜਿਨ੍ਹਾਂ ਦੇ ਭਾਗ ਨੇ ਉਹ ਸੰਗਤ ਦੀ ਨਿੰਦਿਆ ਕਰਦੇ ਨੇ, ਜਿਨ੍ਹਾਂ ਦੇ ਚੰਗੇ ਭਾਗ ਨੇ ਉਹ ਆਣ ਕਰਕੇ ਗੁਰੂ ਦੀ ਸੰਗਤ ਵਿੱਚ ਬੈਠ ਕਰਕੇ ਆਪਣਾ ਭਲਾ ਲੋਚਦੇ ਹਨ। ਸੇ ਤੈ ਲੀਨੇ ਭਗਤ ਰਾਖ, ਉਹ ਜਿਹੜੇ ਭਗਤ ਨੇ ਨਾ ਪਰਮਾਤਮਾ ਨੇ ਆਪ ਹੀ ਰੱਖ ਲਏ ਨੇ, ਆਪ ਹੀ ਆਪਣੇ ਚਰਨ ਸ਼ਰਨ ਵਿੱਚ ਰੱਖ ਲਏ ਹਨ। ਜਿਹੜੇ ਭੈ ਸਹਿਤ ਜਿਨ੍ਹਾਂ ਦੀ ਗਤੀ ਸੀ ਨਾ, ਜਿਹੜੇ ਹਿਰਦੇ ਵਿੱਚ ਡਰ ਤੇ ਹਿਰਦੇ ਵਿੱਚ ਪ੍ਰੇਮ ਧਾਰਨ ਕੀਤਾ ਜਿਨ੍ਹਾਂ ਨੇ, ਉਹੀ ਨਿਰਭਉ ਬਣ ਗਏ ਤੇ ਉਹੀ ਨਿਰਵੈਰ ਬਣ ਗਏ। ਉਹਨਾਂ ਨੂੰ ਪਰਮਾਤਮਾ ਨੇ ਆਪ ਆਪਣੇ ਕੋਲ ਰੱਖ ਲਿਆ ਹੈ, ਆਪ ਜੰਮਣ ਮਰਨ ਦੇ ਦੁੱਖ ਤੋਂ ਬਚਾਇਆ ਹੈ। ਤਿਨ ਕਾ ਗੁਣ ਅਵਗੁਣ ਨਾ ਵਿਚਾਰਿਓ ਕੋਇ, ਜਿਨ੍ਹਾਂ ਨੂੰ ਰੱਖਣਾ ਕੀਤਾ ਉਹਨਾਂ ਦਾ ਕੋਈ ਗੁਣ ਤੇ ਔਗੁਣ ਦੀ ਵਿਚਾਰ ਨਹੀਂ ਕੀਤੀ। ਕਿੰਨੇ ਕੁ ਦੇ ਪੁੰਨ ਨੇ, ਕਿੰਨੇ ਕੁ ਦੇ ਪਾਪ ਨੇ, ਕਿਸੇ ਤਰ੍ਹਾਂ ਦੀ ਉਹਦੀ ਵਿਚਾਰ ਨਹੀਂ। ਜਿਨ੍ਹਾਂ ਦੇ ਉੱਤੇ ਕਿਰਪਾ ਕੀਤੀ ਲੇਖਿਆ ਕਤਹਿ ਨ ਛੂਟੀਐ, ਖਿਨ ਖਿਨ ਭੁਲਨਹਾਰ ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਉਹਨਾਂ ਦਾ ਲੇਖਾ ਜੋਖਾ ਜਿਹੜਾ ਹੈ ਉਹ ਨਾਸ ਹੋ ਗਿਆ, ਉਹ ਖਤਮ ਹੋ ਗਿਆ ਜਿਨ੍ਹਾਂ ਦੇ ਉੱਤੇ ਪਰਮਾਤਮਾ ਨੇ ਕਿਰਪਾ ਕੀਤੀ। ਇਹ ਬਿਦ ਦੇਖ ਮਨ ਲੱਗਾ ਸੇਵ, ਜਦੋਂ ਇਸ ਤਰ੍ਹਾਂ ਦਾ ਵੇਖਿਆ ਹੈ ਪਰਮਾਤਮਾ ਦਾ ਸੁਭਾਅ, ਪਰਮਾਤਮਾ ਦਾ ਬਿਰਦ ਕਿ ਪਰਮਾਤਮਾ ਜਿਨ੍ਹਾਂ 'ਤੇ ਕਿਰਪਾ ਕਰਦਾ ਹੈ ਉਹਨਾਂ ਦਾ ਲੇਖਾ ਜੋਖਾ, ਉਹਨਾਂ ਦਾ ਹਿਸਾਬ ਕਿਤਾਬ, ਉਹਨਾਂ ਦੇ ਗੁਣ ਔਗੁਣਾਂ ਦੀ ਵਿਚਾਰ ਨਹੀਂ ਕਰਦਾ, ਉਦੋਂ ਫਿਰ ਮਨ ਜਿਹੜਾ ਹੈ ਪਰਮਾਤਮਾ ਦੀ ਪ੍ਰਭੂ ਦੀ ਸੇਵਾ ਵਿੱਚ ਲੱਗ ਗਿਆ ਹੈ। ਮਨ ਪਰਮਾਤਮਾ ਦੇ ਗੁਣਾਨੁਵਾਦ ਕਰਨ ਵਿੱਚ ਲੱਗ ਗਿਆ ਹੈ। ਕਬੀਰ ਧਿਆਇਓ ਏਕ ਰੰਗ, ਭਗਤ ਕਬੀਰ ਜੀ ਬਾਬਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਥਨ ਕਰਦੇ ਨੇ ਕਿ ਭਗਤ ਕਬੀਰ ਜੀ ਨੇ ਇੱਕ ਰੰਗ ਪ੍ਰੇਮ ਦੇ ਨਾਲ ਪਰਮਾਤਮਾ ਨੂੰ ਧਿਆਇਆ, ਧਿਆਉਣਾ ਕੀਤਾ। ਕਿੰਨੇ ਕੁ ਸਾਧ ਸੰਗਤ ਜੀ ਭਗਤੀ ਕੀਤੀ ਹੋਣੀ ਹੈ ਜਿਨ੍ਹਾਂ ਦਾ ਨਾਮ ਸਤਿਗੁਰੂ ਸਾਹਿਬ ਜੀ ਆਪ ਲੈ ਰਹੇ ਨੇ। ਇਹ ਕਿੰਨੇ ਕੁ ਵੱਡੇ ਭਗਤ ਹੋਏ ਹੋਣਗੇ ਆਪਣੇ ਸਮੇਂ ਵਿੱਚ ਜਿਨ੍ਹਾਂ ਦਾ ਨਾਮ ਲੈਣਾ ਪੈ ਗਿਆ ਸਤਿਗੁਰਾਂ ਨੂੰ। ਨਹੀਂ ਤਾਂ ਸਤਿਗੁਰੂ ਤਾਂ ਸਾਧ ਸੰਗਤ ਜੀ ਪਰਮਾਤਮਾ ਦੇ ਨਾਮ ਤੋਂ ਛੁੱਟ ਇਲਾਵਾ ਹੋਰ ਕਿਸੇ ਦਾ ਨਾਮ ਮੁਖ 'ਤੇ ਨਹੀਂ ਲੈ ਕੇ ਆਉਂਦੇ, ਸਿਰਫ ਪਰਮਾਤਮਾ ਦਾ ਹੀ। ਪਰ ਧਨ ਨੇ ਉਹ ਭਗਤ, ਧਨ ਨੇ ਜਿਨ੍ਹਾਂ ਨੇ ਆਪ ਸਾਧ ਸੰਗਤ ਜੀ ਇੰਨੀ ਬੰਦਗੀ ਕੀਤੀ, ਇੰਨੀ ਪ੍ਰੇਮਾ ਭਗਤੀ ਕੀਤੀ ਕਿ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਲਿਖਣਾ ਪੈ ਗਿਆ। ਉਹਨਾਂ ਦਾ ਨਾਮ ਗੁਰਬਾਣੀ ਦੇ ਵਿੱਚ ਹਮੇਸ਼ਾ ਹਮੇਸ਼ਾ ਹੀ ਦਰਜ ਹੋ ਗਿਆ, ਜੁਗੋ ਜੁਗ ਅਟਲ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਉਹਨਾਂ ਭਗਤਾਂ ਦਾ, ਉਹਨਾਂ ਸਾਧ ਸੰਗਤ ਜੀ ਮਹਾਂਪੁਰਖਾਂ ਦਾ ਜੋ ਨਾਮ ਹੈ ਉਹ ਦਰਜ ਹੋ ਗਿਆ। ਕਿੰਨੀ ਕੁ ਭਗਤੀ ਕੀਤੀ ਹੋਣੀ ਹੈ। ਊਲ ਜਲੂਲ ਕਹਿੰਦੇ ਨੇ ਆਖੇ ਜੀ ਸਾਖੀ ਨਾ ਸੁਣਾਓ, ਸਾਖੀ ਸੁਣਾਉਣੀ ਟਾਈਮ ਪਾਸ ਹੈ ਜੀ, ਇਸ ਤਰ੍ਹਾਂ ਹੈ ਜੀ, ਉੱਦਾਂ ਆ ਜੀ। ਦੱਸੋ ਸਾਰਾ ਸ਼ਬਦ ਹੀ ਸਾਖੀਆਂ ਦੇ ਨਾਲ ਭਰਿਆ ਹੋਇਆ ਹੈ। ਭਗਤ ਜੈਦੇਵ ਜੀ ਨੂੰ ਕਿਵੇਂ ਮਿਲਿਆ? ਜੇ ਇਹੀ ਸਾਧ ਸੰਗਤ ਜੀ ਛੋਟੀ ਟੂਕ ਮਾਤਰ ਸਾਖੀ ਨਾ ਸੁਣਾਈਏ ਤੇ ਸਿਰਫ ਸ਼ਬਦਾਂ ਦੇ ਪੰਕਤੀ ਦੇ ਅੱਖਰੀ ਅਰਥ ਕਰਕੇ ਚਲੇ ਜਾਵਾਂਗੇ। ਜੈਦੇਵ ਤਿਆਗਿਓ ਅਹਮ ਮੇਵ, ਭਗਤ ਜੈਦੇਵ ਜੀ ਨੇ ਹੰਕਾਰ ਤਿਆਗਿਆ, ਇੰਨੀ ਕੁ ਗੱਲ ਕਰਕੇ ਅਰਥ ਕਰਕੇ ਗਾਂ ਲੰਘ ਜਾਵਾਂਗੇ। ਸੰਗਤ ਨੂੰ ਕਿਵੇਂ ਪਤਾ ਲੱਗੇਗਾ ਭਗਤ ਜੈਦੇਵ ਜੀ ਕੌਣ ਸਨ? ਸਾਖੀ ਤਾਂ ਸੁਣਾਉਣੀ ਪੈਣੀ ਹੈ ਨਾ, ਸਾਰੀ ਕਹਾਣੀ ਜਿਹੜੀ ਹੈ ਉਤਾਨਕਾ ਸਾਖੀ ਦੱਸਣੀ ਪੈਣੀ ਹੈ, ਫਿਰ ਪਤਾ ਲੱਗੇਗਾ ਦ੍ਰੌਪਦੀ ਦੀ ਕਿਵੇਂ ਲੱਜਾ ਰੱਖੀ ਹੈ। ਭਗਤ ਬੇਣੀ ਜੀ ਕੌਣ ਸਨ? ਇਸ ਤਰ੍ਹਾਂ ਸਾਰੀ ਗੱਲ ਬਿਦਰ ਕੌਣ ਸਨ ਜੀ, ਸੱਸ ਉਧਵ ਕੌਣ ਸਨ, ਅਕਰੂਰ ਕੌਣ ਸਨ, ਇਹ ਸਾਰੀਆਂ ਸਾਖੀਆਂ ਜਿਹੜੀਆਂ ਨੇ ਉਹਨਾਂ ਬੰਦਿਆਂ ਦੇ ਨਾਲ। ਰਾਜਾ ਜਨਕ ਕੌਣ ਸੀ? ਇਸ ਤਰ੍ਹਾਂ ਅਜਾਮਲ ਪਾਪੀ ਕੌਣ ਸੀ? ਗਣਕਾ ਕੌਣ ਸੀ?
ਇਹਨਾਂ ਦੀਆਂ ਸਾਰੀਆਂ ਸਾਖੀਆਂ ਜਿਹੜੀਆਂ ਨੇ ਦੱਸਣੀਆਂ ਪੈਣੀਆਂ, ਤਾਂ ਹੀ ਪਤਾ ਲੱਗੇਗਾ ਕਿ ਕਿਵੇਂ ਇਹਨਾਂ ਦਾ ਨਾਮ ਪਰਮਾਤਮਾ ਨੇ, ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਦਰਜ ਕੀਤਾ ਹੈ। ਸਾਖੀ ਤਾਂ ਦੱਸਣੀ ਪਵੇਗੀ। ਉਥਾਨਕਾ ਜਿਹੜੀ ਹੈ ਸ਼ਬਦ ਦੀ, ਵੀ ਸ਼ਬਦ ਕਿਸ ਬਾਰੇ ਪਰਥਾਏ, ਕਿਹਦੇ ਪਰਥਾਏ ਜੋ ਹੈ ਸ਼ਬਦ ਉਚਾਰਨ ਹੋਇਆ ਹੈ, ਕਿਹਨੂੰ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ, ਕਿਹਦਾ ਜ਼ਿਕਰ ਕੀਤਾ ਹੈ, ਕਦੋਂ ਕੀਤਾ, ਕਿਸ ਅਸਥਾਨ 'ਤੇ ਕੀਤਾ, ਇਹ ਦੱਸਣਾ ਲਾਜ਼ਮੀ ਹੈ। ਸਿਰਫ ਤੇ ਸਿਰਫ ਵਿਆਕਰਣ ਦਾ ਬਹਾਨਾ ਲਾ ਕਰਕੇ ਅੱਖਰੀ ਅਰਥ ਕਰਕੇ ਤੁਰ ਪਵਾਂਗੇ ਤੇ ਸਾਧ ਸੰਗਤ ਜੀ ਨਾ ਆਪਣੇ ਪੱਲੇ ਕੁਝ ਪਵੇਗਾ ਤੇ ਨਾ ਹੀ ਸੰਗਤਾਂ ਨੂੰ ਕੁਝ ਸਮਝ ਆਵੇਗੀ ਕਿ ਇਹ ਕੌਣ ਹੋਏ ਨੇ ਵੱਡੇ ਵੱਡੇ ਮਹਾਂਪੁਰਖ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਥਨ ਕਰ ਰਹੇ ਨੇ, ਕਬੀਰ ਧਿਆਇਓ ਏਕ ਰੰਗ। ਭਗਤ ਕਬੀਰ ਜੀ ਨੇ ਇੱਕ ਪ੍ਰਭੂ ਦੇ ਪ੍ਰੇਮ ਦੇ ਵਿੱਚ ਰੰਗ ਦੇ ਨਾਲ, ਪ੍ਰੇਮ ਦੇ ਨਾਲ ਪਰਮਾਤਮਾ ਨੂੰ ਧਿਆਉਣਾ ਕੀਤਾ, ਪਰਮਾਤਮਾ ਦਾ ਸਿਮਰਨ ਕੀਤਾ। ਨਾਮਦੇਵ ਹਰਿ ਜਿਉ ਬਸਹਿ ਸੰਗ। ਵੇਖੋ ਕਿੰਨੀ ਵਡਿਆਈ ਕਰ ਰਹੇ ਨੇ ਗੁਰੂ ਅਰਜਨ ਦੇਵ ਜੀ। ਕਹਿੰਦੇ ਨੇ ਭਗਤ ਨਾਮਦੇਵ ਜੀ ਤੇ ਹਰੀ ਪਰਮਾਤਮਾ ਇੱਕ ਨਾਲ ਇੱਕ ਥਾਂ ਤੇ ਵਸਦੇ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜਿੱਥੇ ਪਰਮਾਤਮਾ ਵਸਦਾ ਉੱਥੇ ਭਗਤ ਨਾਮਦੇਵ ਜੀ ਵਸਦੇ ਨੇ, ਜਿੱਥੇ ਭਗਤ ਨਾਮਦੇਵ ਜੀ ਰਹਿੰਦੇ ਨੇ ਉੱਥੇ ਹਰੀ ਪਰਮਾਤਮਾ ਆਪ ਵਸਦੇ ਨੇ। ਇਹ ਤਾਂ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਨੇ ਵੀ ਕਿਹਾ ਕਿ ਪਰ ਧਨ ਪਰ ਦਾਰਾ ਪਰ ਹਰੀ, ਤਾਕੇ ਨਿਕਟ ਬਸੇ ਨਰ ਹਰੀ। ਜਿਹੜਾ ਪਰਾਏ ਧਨ ਵੱਲ ਨਹੀਂ ਝਾਕਦਾ ਤੇ ਪਰਾਈ ਇਸਤਰੀ ਵੱਲ ਨਹੀਂ ਝਾਕਦਾ, ਉਹਨਾਂ ਦੇ ਨੇੜੇ ਪਰਮਾਤਮਾ ਆਪ ਵਸਦਾ ਹੈ। ਪਰਾਏ ਪੈਸੇ ਵੱਲ ਜਿਹੜਾ ਝਾਕਦਾ ਨਹੀਂ ਤੇ ਪਰਾਈ ਇਸਤਰੀ ਵੱਲ, ਪਰਾਈ ਜਨਾਨੀ ਵੱਲ ਜਿਹੜਾ ਨਹੀਂ ਝਾਕਦਾ, ਉਸ ਬੰਦੇ ਕੋਲ ਪਰਮਾਤਮਾ ਉਹਦੇ ਆਪ ਨੇੜੇ ਵਸਦਾ ਹੈ। ਨੇੜੇ ਤੋਂ ਨੇੜੇ ਹੋ ਕਰਕੇ ਵਸਣਾ ਕਰਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਭਗਤ ਨਾਮਦੇਵ ਜੀ ਦੀ ਵਡਿਆਈ ਕਰ ਰਹੇ ਨੇ, ਭਗਤ ਨਾਮਦੇਵ ਜੀ ਨੂੰ ਵਡਿਆ ਰਹੇ ਨੇ। ਕਹਿੰਦੇ ਨੇ ਨਾਮਦੇਵ ਹਰਿ ਜੀਉ ਬਸਹਿ ਸੰਗ। ਨਾਮਦੇਵ ਤੇ ਹਰੀ ਪਰਮਾਤਮਾ ਇਕੱਠੇ ਵਸਦੇ ਨੇ, ਇਕੱਠੇ ਰਹਿੰਦੇ ਨੇ, ਭਾਵ ਕਿ ਇੱਕ ਮਿਕ ਹੋ ਗਏ ਨੇ। ਕੋਈ ਉਹਨਾਂ ਦੇ ਵਿੱਚ ਫਰਕ ਨਹੀਂ, ਕੋਈ ਭੇਦ ਨਹੀਂ ਰਿਹਾ, ਕਿਸੇ ਤਰ੍ਹਾਂ ਦਾ ਕੋਈ ਸਾਧ ਸੰਗਤ ਜੀ ਵਿਤਕਰਾ ਨਹੀਂ ਰਿਹਾ। ਭਗਤ ਨਾਮਦੇਵ ਜੀ ਹਰੀ ਪਰਮਾਤਮਾ ਜੀ ਦੇ ਨਾਲ ਵਸ ਰਹੇ ਹਨ। ਰਵਿਦਾਸ ਧਿਆਏ ਪ੍ਰਭ ਅਨੂਪ। ਭਗਤ ਰਵਿਦਾਸ ਜੀ ਦੀ ਵਡਿਆਈ ਕਰ ਰਹੇ ਨੇ ਕਿ ਭਗਤ ਰਵਿਦਾਸ ਜੀ ਨੇ ਉਪਮਾ ਤੋਂ ਰਹਿਤ ਪ੍ਰਭੂ ਨੂੰ ਧਿਆਉਣਾ ਕੀਤਾ ਹੈ। ਭਗਤ ਰਵਿਦਾਸ ਜੀ ਆਪਣੇ ਸਮੇਂ ਵਿੱਚ ਬਹੁਤ ਵੱਡੇ ਭਗਤ ਹੋਏ ਨੇ। ਸਾਧ ਸੰਗਤ ਜੀ ਜਿੱਥੇ ਨੀਵੀਂ ਜਾਤ ਨੂੰ ਦੁਰਕਾਰਿਆ ਜਾਂਦਾ ਸੀ, ਉਹਨਾਂ ਨੂੰ ਕੋਲ ਨਹੀਂ ਬਿਠਾਇਆ ਜਾਂਦਾ ਸੀ, ਸਤਿਗੁਰੂ ਸਾਹਿਬ ਜੀ ਨੇ, ਸਾਧ ਸੰਗਤ ਜੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ। ਸਤਿਗੁਰੂ ਸਾਹਿਬ ਜੀ ਨੇ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਜਿਨ੍ਹਾਂ ਨੂੰ ਕੋਈ ਕੋਲ ਨਹੀਂ ਸੀ ਬਿਠਾਉਂਦਾ, ਉਹਨਾਂ ਨੂੰ ਸਤਿਗੁਰੂ ਜੀ ਨੇ ਆਪਣੀ ਗੋਦ ਵਿੱਚ, ਬਾਣੀ ਵਿੱਚ ਉਹਨਾਂ ਦੇ ਨਾਮ ਦਰਜ ਕੀਤੇ, ਉਹਨਾਂ ਨੂੰ ਵਡਿਆਇਆ ਹੈ। ਰਵਿਦਾਸ ਧਿਆਏ ਪ੍ਰਭ ਅਨੂਪ। ਉਪਮਾ ਤੋਂ ਰਹਿਤ ਪ੍ਰਭੂ ਪਰਮਾਤਮਾ ਨੂੰ ਭਗਤ ਰਵਿਦਾਸ ਜੀ ਨੇ ਧਿਆਉਣਾ ਕੀਤਾ, ਸਿਮਰਨ ਕੀਤਾ, ਬੰਦਗੀ ਕੀਤੀ ਹੈ। ਗੁਰੂ ਨਾਨਕ ਦੇਵ ਗੋਬਿੰਦ ਰੂਪ। ਇੱਥੇ ਸਾਧ ਸੰਗਤ ਜੀ ਸ਼ੰਕਾਵਾਦੀ ਵੱਲੋਂ ਸ਼ੰਕਾ ਵੀ ਕੀਤਾ ਕਿ ਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਤੁਸੀਂ ਸਾਰੇ ਭਗਤਾਂ ਦੀਆਂ ਸਾਖੀਆਂ ਸੁਣਾਈਆਂ ਨੇ ਇਸ ਸ਼ਬਦ ਵਿੱਚ, ਸਾਰਿਆਂ ਭਗਤਾਂ ਦਾ ਨਾਮ ਲਿਆ ਹੈ, ਫਿਰ ਦੱਸੋ ਹਾਂ ਗੁਰੂ ਨਾਨਕ ਦੇਵ ਜੀ ਕੌਣ ਹੋਏ ਨੇ? ਗੁਰੂ ਨਾਨਕ ਸਾਹਿਬ ਕੌਣ ਨੇ? ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਚਨ ਕਰਦੇ ਨੇ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਗੁਰੂ ਨਾਨਕ ਦੇਵ ਪਰਮਾਤਮਾ ਦਾ ਅਵਤਾਰ ਨੇ। ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਹਮੂ ਨਾਨਕ ਅਸਤ ਹਮੂ ਅੰਗਦਸਤ, ਹਮੂ ਅਮਰਦਾਸ ਅਫਜ਼ਲੋ ਅਮਜ਼ਦਸਤ, ਹਮੂ ਰਾਮਦਾਸੇ ਹਮੂ ਅਰਜਨਸਤ, ਹਮੂ ਹਰ ਗੋਬਿੰਦ ਕਰਮੋ ਅਹਸਨਸਤ, ਹਮੂ ਹਸਤ ਹਰ ਰਾਏ ਕਰਤਾ ਗੁਰੂ, ਬਦਾ ਸ਼ਿਕਾਰਾ ਹਮਾ ਪੁਸ਼ਤਰੂ, ਹਮੂ ਹਸਤ ਹਰ ਕ੍ਰਿਸ਼ਨ ਨਾਮ ਦਾ ਸਰ ਬੁਲੰਦ, ਅਜੂ ਹਾਸਿਲ ਉਮਿਦ ਹਰ ਮੁਸਤਮੰਦ,
ਹਮੂ ਹਸਤ ਤੇਗ ਬਹਾਦਰ ਗੁਰੂ ਕੇ ਗੁਰੂ ਗੋਬਿੰਦ ਸਿੰਘ ਆਮਦ ਅਜ਼ ਨੂਰ ਊ। ਜਿਹੜਾ ਨੂਰ ਹੈ ਨਾ ਪਰਮਾਤਮਾ ਦਾ, ਉਹ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹੈ। ਉਹੀ ਜੋਤ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤਤ ਅੰਗਦ ਭਾਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮ ਮਹਿੰਦੀਓ। ਸ੍ਰੀ ਨਾਨਕ ਅੰਗਦ ਕਰਮਾਨਾ ਅਮਰਦਾਸ ਅੰਗਦ ਪਹਿਚਾਨਾ। ਅਮਰਦਾਸ ਰਾਮਦਾਸ ਕਹਾਇਓ। ਸਾਧਨ ਲਖਾ ਮੁੜ ਨਹਿ ਪਾਇਓ। ਭਿੰਨ ਭਿੰਨ ਸਭੂ ਕਰ ਜਾਨਾ। ਏਕ ਰੂਪ ਕਿਨਹੂ ਪਹਿਚਾਨਾ। ਜਿਨ ਜਾਨਾ ਤਿਨਹੀ ਸਿਧ ਪਾਈ। ਬਿਨ ਸਮਝੇ ਸਿਧ ਹਾਥ ਨ ਆਈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਤੇ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਇੱਕ ਰੂਪ ਹਨ। ਇੱਥੇ ਸਾਧ ਸੰਗਤ ਜੀ ਸ਼ਬਦ ਦੀ ਸੰਪੂਰਨਤਾ ਤੇ ਸਮੇਂ ਦੀ ਸਮਾਪਤੀ, ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਜਿਹਦੇ ਕਰਕੇ ਸਾਡਾ ਲੋਕ ਤੇ ਪਰਲੋਕ ਸਵਰ ਜਾਵੇ। ਭੁੱਲ ਚੁੱਕ ਦੇਖੇ ਮਾਂ। ਕਬੀਰ ਧਿਆਇਓ ਏਕ ਰੰਗ। ਨਾਮਦੇਵ ਹਰਿ ਜਿਉ ਵਸੈ ਸੰਗ। ਰਵਿਦਾਸ ਧਿਆਏ ਪ੍ਰਭ ਅਨੂਪ। ਗੁਰੂ ਨਾਨਕ ਦੇਵ ਗੋਬਿੰਦ ਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।